ਜਿਹੜੇ ਇਲੈਕਸ਼ਨਾਂ ਵੀ ਲੜ ਰਹੇ ਆ, ਕੰਪੇਨਾਂ ਵੀ ਕਰ ਰਹੇ ਆ ਪਾਰਟੀਆਂ, ਆਪਣੇ ਘਰਾਂ 'ਚ ਵੀ ਬੈਠੇ ਆ ਮੌਜ ਨਾਲ। ਮੈਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਹਿੰਦਾ, ਪਰ ਦਰਦ ਆ ਇਹ ਇੱਕ ਵੀ ਉਹਨਾਂ ਨੂੰ ਤਾਂ ਕਦੇ ਕੁਝ ਨਹੀਂ। ਜਿਹੜੇ ਅਸੀਂ 4 ਬੈਠੇ ਆ 5 ਬੰਦੇ, ਉਸ ਤੁਹਾਨੂੰ ਸਾਨੂੰ ਤੁਸੀਂ ਇਨਾਮ ਦੇਤਾ। ਤੁਸੀਂ ਇੱਕ ਸਾਨੂੰ ਉੱਥੇ ਮਾਰਨ ਲਈ ਇੱਕ ਜਾਨਲੇਵਾ ਹਮਲਾ, ਤੁਸੀਂ ਨਾਰੇ ਵੀ ਲਾਉਂਦੇ ਬਾਹਰ, ਜੇ ਗੱਡੀ ਲੰਘਦੀ ਜਿਵੇਂ ਲਾਉਂਦੇ ਆ, ਕਾਲੇ ਝੰਡੇ ਦਿਖਾਉਂਦੇ, ਮੁਰਦਾਬਾਦ ਕਰਦੇ, ਗੋ ਬੈਕ ਦੇ ਕਰਦੇ, ਜੋ ਮਰਜ਼ੀ ਕਰਦੇ ਜੋ ਡੈਮੋਕ੍ਰੇਸੀ 'ਚ। ਇਹ ਕਿੱਥੋਂ ਹੋ ਗਿਆ ਵੀ ਤੁਸੀਂ ਡਾਂਗਾਂ, ਸੂਏ, ਬਰਛੇ, ਅਸਲਾ ਲੈ ਕੇ ਸਾਨੂੰ ਜਿਹੜੀ ਗੱਲ ਸਰਕਾਰ ਚਾਹੁੰਦੀ ਸੀ ਉਹ ਸਾਬਤ ਕਰਤੀ ਤੁਸੀਂ ਗੱਲ। ਕਿਸਾਨ ਤਾਂ ਕਰ ਨਹੀਂ ਸਕਦਾ ਇਹ ਕੰਮ, ਨਾ ਕਿਸਾਨ ਲੀਡਰ ਕਰ ਸਕਦੇ ਜਿਹੜੇ ਜਿਹਨੂੰ ਫਿਰ ਇਹ ਕਿਹਦਾ ਮਨਸੂਬਾ ਹੋ ਸਕਦਾ, ਤੁਸੀਂ ਆਪ ਅੰਦਾਜ਼ਾ ਲਾਓ। ਇਹ 'ਚ ਲਾਹਾ ਕੌਣ ਨਹੀਂ ਚਾਹੁੰਦਾ? ਇਹੀ ਯੋਗਿੰਦਰ ਯਾਦਵ ਵਰਗੇ। ਜੇ ਇਹਨਾਂ ਨੂੰ ਸ਼ਰਮ ਨਹੀਂ, ਸਾਨੂੰ ਤਾਂ ਸ਼ਰਮ ਹੈ ਵੀ ਇਹ ਕਿਸਾਨਾਂ ਦਾ ਸੰਘਰਸ਼ ਨਾ ਕਿਤੇ ਖਰਾਬ ਹੋ। ਤੁਸੀਂ ਨਹੀਂ ਕਰਾਉਣੀ, ਏਜੰਸੀਆਂ ਆਪਣੇ ਆਪ। ਕੱਲ ਨੂੰ ਰੇਡਾਂ ਕਰਨ ਲੱਗ ਜਾਣਗੇ, ਬੱਚਿਆਂ ਨੂੰ ਫੜਨ ਲੱਗ ਜਾਣਗੇ, ਕਿੱਧਰ ਨੂੰ ਸੰਘਰਸ਼ ਜਾਊਗਾ? ਫਿਰ ਕੀ ਕਰਾਂਗੇ? ਤੁਸੀਂ ਹੁਣ ਦੇਖ ਲਓ ਵੀ ਯੋਗਿੰਦਰ ਮਗਰ ਆਏ ਹੋ ਸਾਰੇ, ਜਿਹੜਾ ਇਹਨਾਂ ਨੇ ਮੂਹਰੇ ਲਾਇਆ ਹੋਇਆ, ਜਿਹੜੇ ਰੋਜ਼ ਪੋਲੀਟੀਕਲ ਬੰਦਿਆਂ ਨੂੰ ਮਿਲਦਾ ਤੇ ਪੋਲੀਟੀਕਲ ਬੰਦਿਆਂ ਨਾਲ ਗੱਲਬਾਤ ਕਰਦਾ, ਜਾਂ ਤੁਸੀਂ ਉਹਨਾਂ ਨਾਲ ਬੈਠੇ ਹੋ ਜਿਹੜੇ ਕਿਸਾਨ ਸੰਘਰਸ਼ ਲੜਨ ਆਏ। ਇਹ ਫੈਸਲਾ ਤਾਂ ਅੱਜ ਕਿਸਾਨ ਲੀਡਰਸ਼ਿਪ ਨੂੰ ਕਰਨਾ ਪੈਣਾ ਹੈ। ਸਿੰਘੂ ਬਾਰਡਰ ਦੇ ਨਜ਼ਦੀਕ ਗੁਰੂ ਤੇਗ ਬਹਾਦਰ ਮੈਮੋਰੀਅਲ ਦੇ ਕੋਲ, ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਜੋ ਉੱਥੇ ਯਾਦਗਾਰ ਬਣਾਈ ਗਈ ਆ, ਉੱਥੇ ਕੱਲ ਇੱਕ ਬੜੀ ਅਣਹੋਣੀ ਘਟਨਾ ਵਾਪਰੀ ਹੈ। ਹੁਣ ਉਹਦੇ ਅਲੱਗ-ਅਲੱਗ ਲੋਕਾਂ ਦੇ ਵੱਲੋਂ ਬਹਿਸ ਸੋਸ਼ਲ ਮੀਡੀਆ ਦੀ ਜਾਂ ਅਲੱਗ-ਅਲੱਗ ਮਤਲਬ ਹੈਗੇ। ਕੁਛ ਬਾਹਰ ਦੇ ਅਖਬਾਰ ਵੀ ਨੇ, ਉਹਨਾਂ ਨੇ ਇਹਨੂੰ ਹਿੰਸਕ ਕਾਰਵਾਈ ਨਾ ਕਹਿ ਕੇ ਨਫ਼ਰਤ ਦਾ ਪ੍ਰਗਟਾਵਾ ਆਖਿਆ। ਪਰ ਫਿਰ ਵੀ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿਹੜੀ ਮੈਜੋਰਟੀ ਹੈ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਹੈ ਕਿ 2 ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਲੋਕਾਂ ਦੇ, ਉਹਨਾਂ ਦੇ ਨਾਲ ਇਸ ਤਰ੍ਹਾਂ ਖਿੱਚ ਧੂ ਕਰਨੀ, ਕੁੱਟਮਾਰ ਕਰਨੀ ਬਹੁਤ ਗਲਤ ਹੈ। ਔਰ ਇਹ ਕਿਸੇ ਵੀ ਪਾਸੇ ਇਹ ਮੂਵਮੈਂਟ ਮੁੜ ਸਕਦੀ ਹੈ। ਉਹ ਲੋਕ ਕੌਣ ਨੇ ਜਿਨ੍ਹਾਂ ਨੇ ਇਹ ਕੀਤਾ ਹੈ? ਕੀ ਉਹ ਕਿਸਾਨ ਸੀ ਜਾਂ ਉਹ ਇੰਨਾ ਭੜਕ ਕਿਉਂ ਗਏ? ਇਹਨਾਂ ਤੇ ਗੱਲਬਾਤ ਕਰਨ ਦੇ ਲਈ ਅੱਜ ਖੁਦ ਰਵਨੀਤ ਸਿੰਘ ਬਿੱਟੂ, ਕੁਲਬੀਰ ਸਿੰਘ ਜ਼ੀਰਾ, ਜਿਹੜੇ ਕੱਲ ਇਸ ਪੂਰੇ ਉਹਦੇ 'ਚ ਕਲੈਸ਼ ਦੇ ਵਿੱਚ ਫਸ ਗਏ ਸੀ, ਉਹ ਮੌਜੂਦ ਨੇ ਸਾਡੇ ਨਾਲ। ਬਿੱਟੂ ਜੀ ਸਵਾਗਤ ਹੈ। ਦੇਖੋ, ਗੱਲ ਤਾਂ ਇਹ ਆ ਵੀ ਤੁਸੀਂ 1-2 ਦਿਨ ਪਹਿਲਾਂ ਹੀ 1-1:30 ਵਜੇ ਰਾਤ ਨੂੰ ਉਰੇ ਕਰਕੇ ਗਏ ਇੰਟਰਵਿਊ। ਅਸੀਂ ਬੜਾ ਮਾਣ, ਸਾਨੂੰ ਫਕਰ ਆਪਣੇ ਆਪ ਤੇ ਵੀ ਯਾਰ ਅੱਜ 50ਵਾਂ ਦੇਣਾ ਸਾਨੂੰ ਵੀ ਅਸੀਂ ਤਾਂ ਕਿਸਾਨਾਂ ਲਈ ਆਪਣਾ ਬੈਠੇ ਆ। ਕੋਈ MLA ਨਹੀਂ ਬੈਠਿਆ ਕਿਸੇ ਦੇਸ਼ ਦੇ ਕੋਨੇ 'ਚ, ਕੋਈ MP ਨਹੀਂ ਬੈਠਿਆ ਦੇਸ਼ ਦੇ ਕੋਨੇ 'ਚ। ਅਸੀਂ ਕਿਉਂ? ਤੇ ਅਸੀਂ ਜੇ ਬੈਠੇ ਆ, ਅਸੀਂ ਕੋਈ ਪਾਰਟੀ ਦਾ ਨਾਂ ਨਹੀਂ, ਝੰਡਾ ਨਹੀਂ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿ ਰਹੇ ਵੀ ਸਾਨੂੰ ਭਾਈ ਮੰਤਰੀ ਬਣਾ ਦਿਓ, ਮੁੱਖ ਮੰਤਰੀ ਬਣਾ ਦਿਓ। ਅਸੀਂ ਤਾਂ ਕਿਸਾਨਾਂ ਦੇ ਬਿਲਾਂ ਖਾਤਰ ਪਾਰਲੀਮੈਂਟ ਸੱਦਣ ਖਾਤਰ ਬੈਠੇ ਸੀ। ਜਿਹੜੇ ਇਲੈਕਸ਼ਨਾਂ ਵੀ ਲੜ ਰਹੇ ਆ, ਕੰਪੇਨਾਂ ਵੀ ਕਰ ਰਹੇ ਆ ਪਾਰਟੀਆਂ, ਆਪਣੇ ਘਰਾਂ 'ਚ ਵੀ ਬੈਠੇ ਆ ਮੌਜ ਨਾਲ। ਮੈਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਹਿੰਦਾ, ਪਰ ਦਰਦ ਆ ਇਹ ਇੱਕ ਵੀ ਉਹਨਾਂ ਨੂੰ ਤਾਂ ਕਦੇ ਕੁਛ ਨਹੀਂ। ਜਿਹੜੇ ਅਸੀਂ 4 ਬੈਠੇ ਆ 5 ਬੰਦੇ, ਉਸ ਤੁਹਾਨੂੰ ਸਾਨੂੰ ਤੁਸੀਂ ਇਨਾਮ ਦੇਤਾ। ਤੇ ਦੂਜੀ ਗੱਲ, ਇੱਕ ਜਿਹੜੀ ਤੁਸੀਂ ਗੱਲ, ਇਹ ਬਹੁਤ ਕਈ ਗੱਲਾਂ 'ਚ 1-2 ਗੱਲਾਂ ਗਲਤ ਕਰ ਰਹੇ ਆ ਦੱਸਣ ਵਾਲੇ ਤੇ ਸੁਣਨ ਵਾਲਿਆਂ ਨੂੰ। ਇਹ ਲੱਗਦਾ ਵੀ ਇਹ ਸਿੰਘੂ ਬਾਰਡਰ ਤੇ ਗਏ ਤੇ ਸਿੰਘੂ ਦੀ ਸਟੇਜ ਤੇ ਗਏ। ਵੀ ਜਦੋਂ ਬਾਰ-ਬਾਰ ਕਿਸਾਨਾਂ ਨੇ ਇਹ ਕਿਹਾ ਹੋਇਆ, ਲੀਡਰਾਂ ਨੇ ਕਿਹਾ ਵੀ ਸਿੰਘੂ 'ਚ ਕਿਸੇ ਨੇ ਸਾਡੇ ਪੋਲੀਟੀਕਲ ਬੰਦੇ ਨਹੀਂ ਆਉਣਾ। ਉਹ ਭਾਈ ਹੱਥ ਜੋੜ ਕੇ ਬੇਨਤੀ ਆ, ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਆ, ਨਾ ਅਸੀਂ ਸਿੰਘੂ ਗਏ, ਨਾ ਅਸੀਂ ਸਿੰਘੂ ਦੀ ਸਟੇਜ ਦੇ ਨੇੜੇ ਤੜੇ ਗਏ, ਨਾ ਪ੍ਰਮਾਤਮਾ ਲੋੜ ਪਾਵੇ। ਅਸੀਂ ਕਿਸੇ, ਸਾਡੇ ਤਾਂ ਦੇਸ਼ ਦਾ ਝੰਡਾ ਲੱਗਿਆ, ਆਪ ਦੀ ਸਟੇਜ ਲੱਗੀ ਆ, ਅਸੀਂ ਕਿਸ ਦੇ ਝੰਡਿਆਂ ਦੇ ਵਿੱਚ ਕੋਈ 20, 50, 25 ਝੰਡੇ ਨੇ ਉੱਥੇ, ਅਸੀਂ ਉੱਥੇ ਕਿਉਂ ਕਿਸ ਦੇ ਝੰਡੇ ਥੱਲੇ ਜਾਣਾ? ਨਾਲੇ ਜਦੋਂ ਚਾਹੁੰਦੇ ਨਹੀਂ ਗੇ ਕਿਸ ਦੇ ਕਿਉਂ ਜਾਣਾ? ਆਪਾਂ ਇਹ ਸਿੰਘੂ ਬਾਰਡਰ ਆ ਜਿਹੜਾ, ਇਹ ਹੈਗਾ ਗੁਰਪ੍ਰੀਤ ਜੀ ਹਰਿਆਣੇ 'ਚ। ਇਹ ਜਿਹੜਾ ਗੁਰੂ ਤੇਗ ਬਹਾਦਰ ਮੈਮੋਰੀਅਲ ਜਿੱਥੇ ਤੁਸੀਂ ਗੱਲ ਕੀਤੀ ਆ, ਇਹ ਪੈਂਦਾ ਦਿੱਲੀ 'ਚ, ਸੂਬਾ ਹੀ ਬਦਲ ਗਿਆ। ਤੇ ਉੱਥੇ ਕੀ ਲਿਖਿਆ ਇਹਨਾਂ ਨੇ? ਕਿਸਾਨ ਸੰਸਦ। ਪਹਿਲਾਂ ਇਹ ਸੀ ਇੱਥੇ, ਇਹਦੀ ਅੱਜ ਤੋਂ 10-15 ਦਿਨ ਪਹਿਲਾਂ ਸ਼ੁਰੂਆਤ ਹੋਈ। ਸਾਡੇ ਕੋਲ ਇੱਕ ਬਾਬਾ ਜੀ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਅਸ਼ੋਕ ਤਵਰ, ਜਿਹੜੇ ਹਰਿਆਣੇ ਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਆ। ਉਹ ਇੱਕ ਬਾਬਾ ਜੀ ਨੇ ਗਊਆਂ ਵਾਲੇ, ਬਾਬਾ ਗੋਪਾਲ ਜੀ, ਜਿਨ੍ਹਾਂ ਨੇ ਬਹੁਤ ਵੱਡੇ ਗਊਆਂ ਲਈ, ਹਿੰਦੂਆਂ ਲਈ, ਮਾਤਾ ਲਈ, ਸਾਰਿਆਂ ਲਈ ਬਹੁਤ ਵੱਡੇ ਐਜੀਟੇਸ਼ਨ ਸੰਘਰਸ਼ ਕੀਤੇ ਆ। ਉਹ ਸਭ ਤੋਂ ਪਹਿਲਾਂ ਸਾਡੇ ਕੋਲ ਆਏ ਵੀ ਆਪਾਂ ਕੋਈ ਇਹੋ ਜਿਹਾ ਪ੍ਰੋਗਰਾਮ, ਉਰੇ ਬਹਿ ਕੇ ਹੀ ਉਹਨਾਂ ਨੇ ਅਗਲੇ ਦਿਨ ਫੇਰ ਆ ਕੇ ਉਹਨਾਂ ਦੇ 2-3 ਬੰਦਿਆਂ ਨੇ ਇੱਕ ਚਿੱਠੀ ਡਰਾਫਟ ਕੀਤੀ ਵੀ ਆਪਾਂ ਇਹੋ ਜਿਹੀ ਲੈਟਰ ਲਿਖ ਕੇ ਸਾਰਿਆਂ ਨੂੰ ਇਹ ਕਹੀਏ
ਚਲੋ ਅਸੀਂ ਕਿਹਾ ਬਾਬਾ ਜੀ ਤੁਸੀਂ ਜਿਹੜਾ ਕੁਛ ਇੰਨਾ ਕੁਛ ਕੀਤਾ ਤੁਸੀਂ ਸਹੀ ਉਹ ਕਹਿ ਰਹੇ ਹੋਣੇ ਆ। ਤੇ ਉਹ ਚੌਥੇ ਕੁ ਦਿਨ ਚੜੂਨੀ ਸਾਹਿਬ ਗੁਰਨਾਮ ਸਿੰਘ ਚੜੂਨੀ ਨੇ ਜਿਹੜੇ ਉਹ ਇੱਥੇ 11 ਕੁ ਵਜੇ ਇਸੇ ਜਗ੍ਹਾ ਤੇ ਉਹ ਆ ਜਾਂਦੇ ਆ ਤੁਹਾਡੇ ਕੋਲ ਹਾਂ ਇੱਥੇ ਇਸੇ ਸਥਾਨ ਤੇ ਇੱਥੇ ਮੀਟਿੰਗ ਹੋਈ ਸੀ ਇੱਥੇ ਜੀ ਬਾਹਰ ਰੌਲਾ ਪਿਆ ਉਹਨਾਂ ਨਾ ਉਹ ਬਾਅਦ ਦਾ ਇਹ ਅਸੀਂ ਨਹੀਂ ਕਿਤੇ ਫੋਟੋ ਖਿੱਚੀ। ਅਸੀਂ ਕਿਉਂ ਕਰਨੀ ਸੀ ਕਿਉਂਕਿ ਉਹਨਾਂ ਦਾ ਮਨਸੂਬਾ ਕੋਈ ਇਹ ਨਹੀਂ ਸੀ। ਉਹ ਤਾਂ ਕਹਿੰਦੇ ਸੀ ਵੀ ਜਿਹੜੇ ਯਾਰ ਅਸੀਂ ਕਿਸਾਨ ਸੰਘਰਸ਼ ਕਰ ਰਹੇ ਹਾਂ ਤੇ ਤੁਸੀਂ ਪੋਲੀਟੀਕਲ ਪਾਰਟੀਆਂ ਬੈਠੀਆਂ ਕੀ ਕਰਦੀਆਂ ਏ, ਤੁਸੀਂ ਕਿਉਂ ਨਾ ਹੱਕ 'ਚ ਸਾਡੇ ਆਓ। ਉਹ ਤਾਂ ਇਹ ਗੱਲ ਕਰਨਾ ਹੈ ਕਿਸੇ ਉਹਨਾਂ ਨੇ ਪੱਖ ਪੁੱਗਦੇ ਉਹ ਤਾਂ ਕਹਿੰਦੇ ਸਾਰੇ ਅਸੀਂ ਪਾਰਟੀਆਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਭਾਈ ਆਪਣੇ ਚਿਹਰਾ ਨੰਗਾ ਕਰੋ, ਤੁਸੀਂ ਕਿਉਂ ਆਰਾਮ ਨਾਲ ਬੈਠੇ ਹੋ ਘਰਾਂ 'ਚ। ਉਦੋਂ ਬਾਅਦ ਇੱਕ ਤਿਆਰੀ ਦੀ ਮੀਟਿੰਗ ਆ ਜਿਹੜੀ ਜਿਹ 'ਚੋਂ ਲੈਟਰ ਡਰਾਫਟ ਕੀਤੀ, ਉਹ ਤਿਆਰੀ ਦੀ ਮੀਟਿੰਗ ਹੋਈ ਕਨਸਟੀਟਿਊਸ਼ਨ ਕਲੱਬ। ਉਹਦੇ ਵਿੱਚ ਉਹ ਵੀਡੀਓ ਬਣੀਆਂ, ਉਹ ਵੀਡੀਓ ਬਾਹਰ ਨਿਕਲੀ ਤੇ ਕਿਸਾਨ ਯੂਨੀਅਨਾਂ ਨੇ ਗੁੱਸਾ ਕੀਤਾ ਵੀ ਚੜੂਨੀ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਪੋਲੀਟੀਕਲ ਸਟੇਜ ਤੇ ਗਏ ਹੋ, ਪੋਲੀਟੀਕਲ ਲੀਡਰਾਂ ਦੇ ਨਾਲ ਮੰਚ ਸਾਂਝਾ ਕੀਤਾ ਵੀ ਤੁਹਾਨੂੰ ਅਸੀਂ ਸਸਪੈਂਡ ਕਰਦੇ ਹਾਂ। ਉਹਨਾਂ ਨੇ ਕਹਿਤਾ ਵੀ ਮੈਨੂੰ ਤਾਂ ਸੰਘਰਸ਼ ਜ਼ਰੂਰੀ ਆ ਭਾਈ, ਮੈਨੂੰ ਪੋਲੀਟੀਕਲ ਪਾਰਟੀਆਂ ਜ਼ਰੂਰੀਆਂ ਨਹੀਂ, ਮੈਂ ਇਹਦੇ ਪਿੱਛੇ ਜ਼ਿੰਦਗੀ ਲਾਈ ਆ, ਮੈਂ ਮਾਫੀ ਦਿਓ, ਮੈਂ ਤਾਂ ਤੁਹਾਡੇ ਨਾਲ ਰਹਿਣਾ। ਕਿਉਂਕਿ ਇਹ ਕਹਿੰਦੇ ਸੀ ਵੀ ਅਗਲੇ ਦਿਨ ਦਿੱਲੀ ਮੀਟਿੰਗ 'ਚ ਵੀ ਤੈਨੂੰ ਲੈ ਕੇ ਨਹੀਂ ਜਾਣਾ। ਉਹਨਾਂ ਨੇ ਚਲੋ ਸਾਰਾ ਕੁਝ ਗੱਲ ਮੁੱਕ ਗਈ। ਉਦੋਂ ਬਾਅਦ ਇਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਆ ਜਾਂਦੇ ਆ, ਇਹਦੇ ਵਿੱਚ ਮੇਧਾ ਪਾਟੇਕਰ ਆ ਜਾਂਦੇ ਆ, ਇਹ 'ਚ ਨਿਖਿਲ ਆ ਜਾਂਦੇ ਆ ਜਿਹੜੇ ਬਹੁਤ ਵੱਡੇ ਜਿਨ੍ਹਾਂ ਨੇ ਆ ਜੰਤਰ ਮੰਤਰ ਤੇ ਆਪਣੀ ਜ਼ਿੰਦਗੀ ਨਿਖਿਲ ਦੇਵ ਜਿਹੜੇ ਕਿ ਬਹੁਤ ਵੱਡੇ ਮਤਲਬ ਇਹ ਐਕਟਿਵਿਸਟ ਨੇ ਇੱਕ ਤਰ੍ਹਾਂ ਦੇ ਜਿਹੜੇ ਜਿਹਨੂੰ ਕਹਿੰਦੇ ਆ ਵੀ ਸਿਆਸੀ ਪਾਰਟੀਆਂ ਤੋਂ ਅੱਜ ਆਪਾਂ ਕਹਿੰਦੇ ਆ ਨਾ ਵੀ ਇੱਕ ਅਲੱਗ ਨਿਗਾਹ ਰੱਖਣ ਨੂੰ ਮੈਂ ਇਸ ਵੇਲੇ ਨਾਮ ਭੁੱਲ ਰਿਹਾ ਉਹਦਾ ਵੀ ਇੱਕ ਅਲੱਗ ਸਿਵਲ ਸੁਸਾਇਟੀ ਆ ਜਿਹੜੀ ਉਹ ਹੋਣੀ ਚਾਹੀਦੀ ਆ। ਉਹ ਤਰੀਕੇ ਦੇ ਲੋਕ ਆ। ਮੇਧਾ ਪਾਟੇਕਰ ਵੀ ਇਹਦੇ ਵਿੱਚ ਆ। ਇਹ ਲੋਕਾਂ ਨੇ ਇੱਕ ਕਿਹਾ ਵੀ ਅਸੀਂ ਪ੍ਰੋਗਰਾਮ ਜਿਹੜਾ ਇਹ ਰੱਖ ਲਿਆ, ਤੁਸੀਂ ਆਉਣਾ ਹੈ। ਸਾਰਿਆਂ ਨੂੰ ਇਹਨਾਂ ਨੇ ਆ ਸੱਦਾ ਪੱਤਰ ਆ ਜਿਹਦੇ ਵਿੱਚ ਇਹ ਲਿਖਿਆ ਹੈ, ਦੇਖ ਲਿਓ, ਕਿਸਾਨ ਸੰਸਦ। ਤੇ ਇਹ 'ਚ ਸੱਦਾ ਕਿਹਨੂੰ ਦਿੱਤਾ ਹੈ? ਦੇਸ਼ ਦੇ ਸਾਰੇ MP, ex-MP, MLA, ex-MLA ਉਹਨਾਂ ਨੂੰ ਇਹਨਾਂ ਨੇ ਇਹ ਸੱਦਾ ਦਿੱਤਾ ਹੋਇਆ ਹੈ। ਇਹ ਸਾਨੂੰ ਉਹਨਾਂ ਨੇ ਸਾਰਿਆਂ ਨੂੰ ਭੇਜਿਆ। ਅਸੀਂ ਹਜੇ ਕੀ ਇਹ ਸੋਚਿਆ ਵੀ ਯਾਰ ਆਪਾਂ ਗੁਰੂ ਤੇਗ ਬਹਾਦਰ ਮੈਮੋਰੀਅਲ ਤੇ ਕਈ ਲੋਕ ਇਹ ਸਵਾਲ ਕਰਦੇ ਆ ਕਿ ਰਵਨੀਤ ਬਿੱਟੂ, ਕੁਲਬੀਰ ਜ਼ੀਰਾ ਉੱਥੇ ਗਏ ਕੀ ਲੈਣ ਸੀ, ਉਹ ਲੋਕਾਂ ਨੂੰ ਭੜਕਾਉਣ ਕਿਉਂ ਗਏ ਸੀ। ਤਾਂ ਇਹ ਸਵਾਲ ਦਾ ਜਵਾਬ ਹੁਣ ਚੰਗੀ ਤਰ੍ਹਾਂ ਇਹ ਹੈ ਕਿ ਗੁਰੂ ਤੇਗ ਬਹਾਦਰ ਮੈਮੋਰੀਅਲ ਜਿੱਥੇ ਘਟਨਾ ਵਾਪਰੀ ਹੈ ਉੱਥੇ ਕਿਸਾਨ ਸੰਸਦ ਹੋਣੀ ਸੀ, ਉੱਥੇ ਇਹਨਾਂ ਨੂੰ ਬੁਲਾਇਆ ਗਿਆ ਸੀ। ਇਹ 2 ਬੰਦੇ ਥੱਲੇ ਸੰਪਰਕ ਨੰਬਰ ਦਿੱਤਾ ਹੋਇਆ, ਇਹਨਾਂ ਨੇ ਆਰਗੇਨਾਈਜ਼ ਕੀਤੀ ਸੀ ਜਿਹਦੇ ਵਿੱਚ ਪਹਿਲਾਂ ਚੜੂਨੀ ਵੀ ਸ਼ਾਮਲ ਸੀ। ਜੀ ਕੰਟੀਨਿਊ। ਤੇ ਉਦੋਂ ਬਾਅਦ ਇਹ ਕਹਿਣ ਲੱਗੇ ਅਸੀਂ ਪਹਿਲੇ ਦਿਨ 23 ਨੂੰ ਨਹੀਂ ਗਏ। ਸਾਡੇ ਮਨ 'ਚ ਕਿਤੇ ਨਾ ਕਿਤੇ ਇਹ ਪਹਿਲਾਂ ਹੀ ਸ਼ੰਕਾ ਸੀਗੀ ਵੀ ਇਹ ਥੋੜਾ ਨਾਲ ਪੈਂਦਾ ਹੈ ਵੀ ਆਪਾਂ ਉੱਥੇ ਨਾ ਜਾਈਏ। ਇੱਕ ਇੰਸਟੀਟਿਊਸ਼ਨ ਪਹਿਲਾਂ ਹੀ ਨਹੀਂ ਹੁੰਦੀ, ਜਿਵੇਂ ਔਜਲਾ ਸਾਹਿਬ ਵੀ ਕਹਿਣ ਲੱਗੇ, ਜੀਰਾ ਸਾਹਿਬ ਵੀ ਕਹਿਣ ਲੱਗੇ ਵੀ ਆਪਾਂ ਨਾ ਉੱਥੇ ਲੋੜ ਨਹੀਂ ਜਾਣ ਦੀ। ਉਹਨੇ ਚਿਰ ਇਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਅਪਰੋਚ ਕੀਤਾ ਇਹਨਾਂ ਲੋਕਾਂ ਨੇ ਬਈ ਜੀ ਫਿਰ ਅਸੀਂ ਤੁਹਾਡੀ ਪਾਰਟੀ ਦਾ ਇਹਦਾ ਮਤਲਬ ਸਮਝੀਏ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਗਏ, ਅਸੀਂ ਇਹ ਅਨਾਉਂਸ ਕਰੀਏ ਵੀ ਤੁਸੀਂ ਆਪਣੀ ਕੋਈ ਬੰਦਾ ਨੁਮਾਇੰਦਾ ਭੇਜੋ ਜਿਹੜਾ ਆ ਕੇ ਤੁਹਾਡੀ ਗੱਲ ਕਰੇ, ਪਾਰਟੀ ਦੀ ਲਾਈਨ ਦੱਸੇ ਉਰੇ ਆ ਕੇ। ਤੇ ਹੁਣੀ ਮੁਕਲ ਵਾਸਨੀਕਾ ਤੁਹਾਡੇ ਮੂਹਰੇ ਉੱਠ ਕੇ ਗਏ ਨੇ ਜਿਹੜੇ ਸਾਡੇ ਜਨਰਲ ਸੈਕਟਰੀ ਇੰਚਾਰਜ ਨੇ ਸਾਰਾ ਪੁਰਾਣੇ, ਉਹ ਇਸ ਗੱਲ ਤੇ ਪਾਰਟੀ ਨੇ ਲਾਏ ਵੀ ਇਹਨਾਂ ਨੂੰ ਕਹੋ ਵੀ ਇਹ ਜਾ ਕੇ ਆਉਣ। ਤੇ ਪਾਰਟੀ ਦੀ ਗੱਲ ਉੱਥੇ ਰਿਟਨ ਜਿਹੜੀ ਆ ਵਿਚਾਰਧਾਰਾ ਜੀ ਸਾਡੇ ਕਿਸਾਨਾਂ ਨਾਲ ਅਸੀਂ ਕੀ ਕੀਤਾ, ਕੀ ਕਰਾਂਗੇ। ਕਿਉਂਕਿ ਇਕੱਲਾ ਇਹ ਨਹੀਂ ਸੀ ਵੀ ਕਿਸਾਨਾਂ ਦੀ ਗੱਲ ਉੱਥੇ ਕਰਨੀ ਆ, ਉੱਥੇ ਇਹ ਵੀ ਤੈਅ ਹੋਣਾ ਸੀ ਵੀ 29 ਤਰੀਕ ਨੂੰ ਜਿਹੜਾ ਪਾਰਲੀਮੈਂਟ ਸੈਸ਼ਨ ਹੋ ਰਿਹਾ ਉਹਦੀ ਰਣਨੀਤੀ ਕਿਵੇਂ ਬਣਾਉਣੀ ਆ, ਕਿਵੇਂ ਇਹ ਬਿੱਲਾਂ ਨੂੰ ਵਾਪਸ ਕਰਾਉਣਾ, ਕਿਵੇਂ ਸਰਕਾਰ ਨੂੰ ਘੇਰਨਾ। ਚਲੋ ਅਸੀਂ 4 ਵਜੇ ਤੱਕ ਇਹ ਪ੍ਰੋਗਰਾਮ ਖਤਮ ਸੀ, ਅਸੀਂ ਜੀ 2:30 ਵਜੇ ਉਰੇ ਚੱਲੇ, 3 ਵਜੇ ਉੱਥੇ ਪਹੁੰਚੇ ਆ। ਕੋਈ ਡਰਾਈਵਰ ਨਹੀਂ, ਕੋਈ ਗਨਮੈਨ ਨਹੀਂ, ਮਤਲਬ ਸਿਕਿਉਰਿਟੀ ਵਾਲਾ। ਤਿੰਨੋਂ ਜਾਣੇ ਗੱਡੀ ਚਲਾਉਣ ਲੱਗੇ। ਔਜਲਾ ਸਾਹਿਬ ਜੀਰਾ ਮੂਹਰੇ ਬਹਿ ਗਿਆ, ਮੈਂ ਤੇ ਲੱਕੀ ਜੀ ਹੋਣੀ ਸਾਰੇ ਅਸੀਂ। ਔਜਲਾ ਸਾਹਿਬ ਨਾਲ ਗਏ ਸੀ? ਔਜਲਾ ਸਾਹਿਬ ਗੱਡੀ ਚਲਾ ਰਹੇ ਸੀ ਤੇ ਇਹ ਜੀਰਾ ਸਾਹਿਬ ਮੂਹਰੇ ਬੈਠਿਆ ਨਾਲ, ਮੈਂ ਪਿੱਛੇ ਬੈਠਾ, ਤਿੰਨੋਂ ਇੱਕ ਗੱਡੀ 'ਚ। ਕੋਈ ਸਾਡੇ ਨਾਲ ਗਨਮੈਨ ਨਹੀਂ, ਕੋਈ ਸਿਕਿਉਰਿਟੀ ਨਹੀਂ। ਅਸੀਂ ਕਿਹਾ ਵੀ ਇਹ ਤਾਂ ਇੱਕ ਬਹੁਤ ਪੜ੍ਹੇ ਲਿਖਿਆਂ ਦਾ ਇੱਕ ਉਸ ਵਰਗ ਦਾ ਪ੍ਰੋਗਰਾਮ ਆ, ਇਹਦੇ ਵਿੱਚ ਆਪਾਂ ਜਾ ਕੇ ਆਪਣੀ ਸ਼ਮੂਲੀਅਤ ਕਰਕੇ ਆਉਣੀ ਆ। ਸਾਨੂੰ ਥੋੜ੍ਹੀ ਇਹ ਗੱਲ ਦਾ ਯਾਦ ਸੁਪਨਾ ਵੀ ਇਹ ਉੱਥੇ ਨੈਕਸਲਾਈਟ ਅਰਬਨ, ਨੈਕਸਲਾਈਟ ਮੋਇਸਟ, ਉੱਥੇ ਸਾਨੂੰ ਗੁਰਿੱਲਾ ਵਾਰਫੇਅਰ ਜਿਹੜੀ ਹੁੰਦੀ ਆ ਉਸ ਤਰੀਕੇ ਨਾਲ ਮਾਰਨ ਪੈਣਗੇ। ਉਹ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਜਿਹੜੇ ਇੱਕ ਗੁਰਿੱਲਾ ਕਿਹੜੀ ਇੱਕ ਮੇਰੇ ਉਹ ਫੋਨ 'ਚ ਆ, ਨਹੀਂ ਜਿਹੜੀ ਉਹ ਜਿਹਦੇ ਧਮਕੀ ਆਈ ਆ ਵੀ ਕੱਲ੍ਹ ਤਾਂ ਸਭ ਬਚ ਗਏ, ਹੁਣ ਅਗਲੀ ਵਾਰ ਤਿਆਰ ਹੋ ਜਾਓ।
ਉਹ ਕੋਈ ਜਲੰਧਰ ਦੀ ਇਹ ਸੰਸਥਾ ਹੈ ਗੁਰਿੱਲਾ ਬ੍ਰਿਗੇਡ। ਗੁਰਿੱਲਾ ਬ੍ਰਿਗੇਡ। ਆ ਗੁਰਿੱਲਾ ਬ੍ਰਿਗੇਡ, ਭਗਤ ਸਿੰਘ ਗੁਰਿੱਲਾ ਬ੍ਰਿਗੇਡ। ਆ ਇੱਕ ਲੈਟਰ ਹੈਡ ਜਾਰੀ ਕੀਤਾ ਅੱਜ ਇਹਨਾਂ ਨੇ। ਇਹ ਜਾਰੀਕਰਤਾ ਨੇ ਇਹ ਜਲੰਧਰ ਤੋਂ ਨੇ ਕੋਈ, ਚਲੋ ਆਪਾਂ ਹਜੇ ਨਾਂ ਨੂੰ ਕਾਹਨੂੰ ਇਹੋ ਜਿਹੀ ਗੱਲ ਕਰਨੀ ਹੈ ਕਿਸੇ ਦਾ, ਪਰ ਇਹ ਦੇਖ ਲਓ ਹੁਣ ਕਿਹਦਾ ਨਿਸ਼ਾਨ ਲੱਗੇ ਹੋਏ ਨੇ ਤੇ ਕੀ ਉੱਤੇ ਲਿਖਿਆ ਹੋਇਆ। ਚਲੋ ਉਦੋਂ ਬਾਅਦ ਕੀ ਹੋਇਆ, ਇਹਨਾਂ ਨੇ ਉਹ ਤੁਸੀਂ ਸਮਝਦੇ ਇੱਕ ਕੁਲਵੰਤ ਸਿੰਘ ਸੰਧੂ, ਕਾਂਤੀ ਸੰਧੂ ਤਾਂ ਉਹੀ ਨੇ। ਅੱਛਾ ਹਾਂ, ਜਿਹੜੇ ਕਿਸਾਨੀ ਉਹਨਾਂ ਦੀ ਜਥੇਬੰਦੀ ਵੀ ਆ ਉਹਦੇ ਚ। ਅੱਛਾ, ਕਿਸਾਨ ਇਹਨਾਂ ਨੇ ਅੱਜ ਸਾਰਿਆਂ ਨੂੰ ਸਾਨੂੰ WhatsApp ਤੇ ਭੇਜਿਆ ਇਹ ਜਿਹੜੀਆਂ ਇਹ ਆਪਣੀਆਂ ਲੈਟਰਾਂ। ਚਲੋ ਕੋਈ ਗੱਲ ਨਹੀਂ, ਕਿਉਂਕਿ ਸੰਘਰਸ਼ ਜੇ ਖਰਾਬ ਨਹੀਂ ਕਰਨਾ, ਕੋਈ ਗੱਲ ਨਹੀਂ ਕਰਨੀ ਕਿ ਅੱਗੇ ਨਹੀਂ ਵਧਾਉਣੀ, ਇਹ ਤਾਂ ਤੁਹਾਡੇ ਤੱਕ। ਉਦੋਂ ਬਾਅਦ ਕੀ ਹੁੰਦਾ, ਅਸੀਂ ਉੱਥੇ ਚਲੇ ਜਾਂਦੇ ਹਾਂ। ਜਿਹੜੇ ਉੱਥੇ ਦੇ ਆਰਗੇਨਾਈਜ਼ਰ ਨੇ ਉਹ ਸਾਡੇ ਨਾਲ ਆ ਕੇ, ਜਿਹਦੇ ਵਿੱਚ ਗੁਰਸਿੱਖ, ਉਹ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਆ। ਨੌਜਵਾਨ ਆਸ਼ੀਰਵਾਦ ਪੈਰੀਂ ਹੱਥ ਲਾਉਂਦੇ ਆ, ਅਸੀਂ ਬਜ਼ੁਰਗਾਂ ਦੇ ਲਾਉਂਦੇ ਆ। ਇਸ ਤਰੀਕੇ ਨਾਲ ਸੈਲਫੀਆਂ ਲੈਂਦੇ ਅਸੀਂ ਸਟੇਜ ਤੱਕ ਪਹੁੰਚ ਜਾਂਦੇ ਹਾਂ। ਸਟੇਜ 'ਤੇ ਜਦੋਂ ਅਸੀਂ ਬੈਠਦੇ ਹਾਂ, ਇੱਧਰ ਪ੍ਰਸ਼ਾਂਤ ਭੂਸ਼ਣ ਬੈਠਿਆ, ਇੱਧਰ ਮੇਧਾ ਪਾਟਕਰ ਬੈਠੇ ਆ, ਅਤੇ ਇੱਕ ਹੋਰ ਜਿਹੜੇ ਬੜੇ ਸੀਨੀਅਰ ਆਨੰਦਿਤੀ ਰੋਏ, ਉਹ ਸੀ ਨਾਲ। ਮੈਂ 1 ਮਿੰਟ ਰੋਕਦਾ ਤੁਹਾਨੂੰ, ਉਹ ਇੰਪੋਰਟੈਂਟ ਹੈ। ਕੁਲਵੰਤ ਸਿੰਘ ਸੰਧੂ ਦੀ ਜਥੇਬੰਦੀ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ, ਤੇ ਜਮਹੂਰੀ ਕਿਸਾਨ ਸਭਾ ਕਰਕੇ। ਤੇ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਦਾ ਨਾਮ ਜਾਣ ਬੁੱਝ ਕੇ ਲਾਇਆ ਜਾ ਰਿਹਾ, ਕੋਈ ਹੋਰ ਬੰਦੇ ਇਹਦੇ ਪਿੱਛੇ ਆ ਕੇ ਤੁਹਾਡੇ ਤੇ ਹਮਲਾ ਕੀਤਾ, ਵੈਲ ਪਲੈਨਡ ਸਟ੍ਰੈਟਜੀ ਦੇ ਨਾਲ ਹੋਇਆ ਹੈ ਕੁਝ? ਇਹ ਚ ਕੋਈ, ਤਾਂ ਹੀ ਤਾਂ ਇਹ ਤਾਂ ਇਨਵੈਸਟੀਗੇਸ਼ਨ ਦੇ ਵਿਸ਼ੇ ਆ ਨਾ। ਹਜੇ ਆਪਾਂ ਬਿਲਕੁਲ ਇਹਨੂੰ, ਮੈਂ ਤਾਂ ਹੀ ਇਹਨੂੰ ਕਹਿ ਰਿਹਾ ਵੀ ਹਜੇ ਆਪਾਂ ਇਹਨੂੰ ਜਿਹੜਾ ਉਹ ਬੰਦੇ ਦਾ ਨਾਂ ਨਾ ਲਈਏ ਵੀ ਕੀ ਉਹਨਾਂ ਦਾ ਨਾਮ ਵਰਤਿਆ ਕੀ, ਹਾਂ ਕੀ ਮਨਸੂਬਾ ਹੋਵੇ ਇਹਦੇ ਪਿੱਛੇ, ਵੀ ਇਹ ਲੇਟੈਸਟ ਹੁਣ ਇਹ ਧਮਕੀ ਆਈ ਆ। ਠੀਕ ਹੈ। ਉਦੋਂ ਬਾਅਦ ਜਦੋਂ ਉੱਥੇ ਦੀ ਗੱਲ ਕੀ ਹੁੰਦੀ ਆ, ਜਦੋਂ ਅਸੀਂ ਬਹਿ ਜਾਂਦੇ ਆ, ਇੱਕ ਪਾਸੇ ਮੈਂ, ਇੱਕ ਪਾਸੇ ਔਜਲਾ, ਜੀਰਾ ਸਾਹਿਬ ਮੇਰੇ ਹਜੇ ਪਿੱਛੇ ਹੀ ਖੜੇ ਆ। ਮੇਰੇ ਪਿੱਛੋਂ ਇੱਕਦਮ ਐ ਲੱਗਿਆ ਵੀ ਮੇਰਾ ਜਿਹੜਾ ਗੁਰੂ ਦੀ ਦਸਤਾਰ ਆ ਉਹ ਕਿਸੇ ਨੇ ਐ ਛੇੜੀ। ਉਹ ਮੈਂ ਪਿੱਛੇ ਮੁੜ ਕੇ ਦੇਖਿਆ ਵੀ ਲਾਉਣ ਦੀ ਕੋਸ਼ਿਸ਼ ਕੀਤੀ ਪਿੱਛੋਂ ਐ। ਮੈਂ ਕਿਹਾ ਚਲੋ ਭੀੜਾ ਹੱਥ ਲੱਗ ਗਿਆ ਕਿਤੇ। ਇਹਨਾਂ ਨੂੰ ਸੀ ਇੱਕ ਸਿਰ ਤੋਂ ਡਾਂਗ ਸੋਟਾ, ਜੀਰਾ ਸਾਹਿਬ ਮਿਲਿਆ ਹੋ ਜਾ ਕੇ, ਇੱਕ ਬਹੁਤ ਵੱਡਾ ਡਾਂਗ ਸੋਟਾ ਹੈ ਜਿਹੜਾ, ਉਹ ਮੇਰੇ ਸਿੱਧਾ ਸਿਰ ਤੇ ਪਿੱਛੋਂ ਮਾਰ ਦੋ। ਮੇਰੀ ਪਗੜੀ ਉਹ ਕਿਤੇ ਦੀ ਕਿਤੇ ਗਈ। ਉਹ ਐਡਾ, ਤੇ ਜਦੋਂ ਮੈਂ ਉੱਤੇ ਝੰਡੇ ਦੇਖੇ ਤੇ ਉਹ ਤੇ ਜਿਹੜਾ ਸਵਰਾਜ ਵਾਲਾ ਪਾਰਟੀ ਦਾ ਰੰਗ ਆ ਪੀਲਾ, ਕਿਉਂਕਿ ਉਹ ਹੈ ਸੀਗੇ ਜਿਹੜੇ ਉਹਦੇ ਵਿੱਚ ਇੱਕ ਤਰੀਕਾ ਉਹਨੇ ਖਾਲਸਾ ਰੰਗ ਰੂਪ ਦੇਣ ਦੀ ਕੀਤੀ ਸੀ, ਪਰ ਆਪਣਾ ਜਿਹੜਾ ਖਾਲਸੇ ਦਾ ਝੰਡਾ ਉਹ ਤਿਕੋਣਾ ਹੁੰਦਾ, ਚੌਰਸ ਨਹੀਂ ਕਦੇ ਹੁੰਦਾ, ਤੇ ਰੰਗ ਵੀ ਉਹਦਾ ਕੇਸਰੀ ਨਹੀਂ ਸੀ, ਰੰਗ ਉਹਦਾ ਪੀਲਾ ਸੀ। ਤੇ ਉਹ ਬੜੇ ਬੜੇ ਸੋਟੇ ਉਹ ਪਿੱਛੋਂ ਨੇ ਮੇਰੇ, ਜਦੋਂ ਮੈਂ ਦੇਖਿਆ ਮਾਰਿਆ, ਮੈਂ ਇੱਕਦਮ ਡਿੱਗ ਪਿਆ। ਤੇ ਮੈਂ ਜਦੀ ਪ੍ਰਸ਼ਾਂਤ, ਮੈਂ ਕਿਹਾ ਤੁਸੀਂ ਤਾਂ ਬਜ਼ੁਰਗ ਹੋ, ਭੂਸ਼ਣ ਤੇ ਇਹ ਇਹ ਜਿਹੜੇ ਰਾਓ ਜੀ ਬੈਠੇ, ਮੈਂ ਕਿਹਾ ਤੁਸੀਂ ਨਿਕਲੋ, ਜੇ ਤੁਹਾਡੇ ਮਾੜੀ ਮੋਟੀ ਵੀ ਸੱਚ। ਉਹ ਰੋਕਣ ਲੱਗ ਗਏ ਉਹਨਾਂ ਨੂੰ। ਮੈਂ ਕਿਹਾ ਨਾ, ਇਹ ਕਿਸੇ ਨੇ ਤੁਹਾਨੂੰ, ਇਹ ਬੰਦੇ ਉਹ ਨਹੀਂ ਗੇ, ਇਹ ਕਿਸਾਨ ਨਹੀਂ ਗੇ, ਇਹ ਇਸ ਵੇਲੇ ਮੈਨੂੰ ਪਤਾ ਕੀ ਖੇਡ ਆ ਇਹ, ਤੁਸੀਂ ਬਸ ਨਿਕਲ ਜਾਓ ਬਸ। ਉਹ ਬਜ਼ੁਰਗਾਂ ਨੂੰ ਅਸੀਂ ਇੱਕ, ਕੌਣ ਸੀ ਉੱਥੇ? ਜੀਰਾ ਸਾਹਿਬ ਤੇ ਔਜਲਾ ਸਾਹਿਬ, ਬਾਕੀ ਦੇ ਨਾ ਕੋਈ ਵੀ ਨਹੀਂ ਸੰਸਦ ਦੇ। ਪ੍ਰਸ਼ਾਂਤ ਭੂਸ਼ਣ, ਮੈਂ, ਹਾਂ ਪ੍ਰਸ਼ਾਂਤ ਭੂਸ਼ਣ, ਮੈਂ ਵਿਚਾਲੇ ਬੈਠਾ, ਪ੍ਰਸ਼ਾਂਤ ਭੂਸ਼ਣ ਇੱਧਰ ਮੇਰੇ ਬੈਠੇ ਆ। ਇਹ ਮੈਡਮ ਨੇ ਜਿਹੜੇ ਨਾ ਮੇਢਾ ਪਾਟਕੇ ਨੇ, ਇਹ ਜਿਹੜੇ ਰਾਓ ਨੇ, ਹਾਂ ਇਹ ਮੇਰੇ ਨਾਲ ਇੱਧਰ ਬੈਠੇ ਆ। ਉਹਨੇ ਨੂੰ ਪਿੱਛੋਂ ਜਿਹੜਾ ਉਹ ਹਮਲਾ ਹੁੰਦਾ ਤੇ ਮੈਂ ਇੱਕਦਮ ਮੈਂ ਡਿੱਗ ਪੈਣਾ। ਤੇ ਜਦੋਂ ਮੇਰੀ ਕਿਤੇ ਇੱਕ ਮੈਂ ਬਜ਼ੁਰਗ ਨਾਲ, ਜੀਰਾ ਨੇ ਉਹਨੂੰ ਬੰਦੇ ਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਇੰਨੀ ਨੂੰ, ਉਹ ਭੱਜ ਗਿਆ। ਤੇ ਮੈਂ ਕਿਹਾ ਜੀਰੇ ਨਹੀਂ, ਆਪਾਂ ਸਿਰ ਨਹੀਂ ਨੰਗਾ ਰੱਖਣਾ, ਤੂੰ ਆ ਨਾਲ ਇੱਕ ਬਜ਼ੁਰਗ ਖੜਾ ਸੀ, ਉਹ ਕਹਿੰਦਾ ਉਹਦੀ ਲੋਈ ਸੀ, ਮੈਂ ਲੋਈ ਉਹਦੀ ਖਿੱਚੀ ਤੇ ਲੋਈ ਲੈ ਕੇ ਮੈਂ ਕਿਹਾ ਵੀ ਹੁਣੇ ਭਾਈ ਸਿਰ ਤੇ ਕਫਨੀ ਆ। ਮੈਂ ਉਹਨੂੰ ਲਪੇਟ ਲਿਆ ਤੇ ਮੈਂ ਕਿਹਾ ਭਾਈ, ਉਹਨਾਂ ਨੂੰ ਕੱਢਿਆ ਤੇ ਫਿਰ ਮੈਂ ਕਿਹਾ ਹੁਣ ਭਾਈ ਛੱਡਿਓ ਨਾ, ਮਾਰ ਦਿਓ। ਹੁਣ ਜੇ ਤੁਸੀਂ ਛੱਡਤਾ ਫਿਰ ਇਹ ਕੰਮ ਔਖਾ ਹੋਊ। ਹੁਣ ਜੇ ਕਿਸਾਨਾਂ ਦੇ ਬਿੱਲ, ਇਹ ਤੁਸੀਂ ਸੁਣ ਲਿਓ ਵੀਡੀਓਆਂ 'ਚ, ਵੀ ਜੇ ਕਿਸਾਨਾਂ ਦੇ ਬਿੱਲ ਇਹਦੇ ਨਾਲ ਫਾਇਦਾ ਹੁੰਦਾ ਤਾਂ ਹੁਣ ਮੈਨੂੰ ਖਤਮ ਕਰ ਦਿਓ। ਤੁਸੀਂ 3-4 ਹਜ਼ਾਰ ਬੰਦਾ, ਅਸੀਂ 3 ਜਣੇ ਆ, ਤੇ ਹੁਣ ਮਾਰ ਕੇ ਛੱਡਿਓ, ਜਿਉਂਦਾ ਨਾ ਛੱਡਿਓ। ਜੇ ਤੁਹਾਡੀ ਪਿਆਸ ਬੁੱਝਦੀ ਹੈ ਇਹਦੇ ਨਾਲ, ਤੁਹਾਡੇ ਨਾਲ ਇਹਦਾ ਕਿਸਾਨਾਂ ਦਾ ਹੱਲ ਹੁੰਦਾ ਤਾਂ ਇਹ ਕਰ ਲਓ ਮੇਰੇ ਨਾਲ। ਅਸੀਂ ਤਾਂ ਨਿਹੱਤੇ ਬੈਠੇ ਆ, ਇਕੱਲੇ ਆਏ ਆ। ਜੇ ਅਸੀਂ ਕੋਈ ਗਲਤ ਮਨਸੂਬਾ ਹੁੰਦਾ,
ਅਸੀਂ ਵੀ ਨਾਲ, ਮੇਰੇ ਕੋਲ Z+ ਸਿਕਿਉਰਿਟੀ ਆ, 100 ਬੰਦਾ ਤਾਂ ਮੇਰੇ ਨਾਲ ਵੈਸੇ ਹੀ ਹੁੰਦਾ ਏ, ਤੇ ਫਿਰ ਇਹਨਾਂ ਦੀ ਕੀ ਕਿਸੇ ਦੀ ਹਿੰਮਤ ਸੀ। ਪਰ ਨਾਲ ਅਸੀਂ ਆਪਣੇ ਲੋਕ ਸਾਡੇ ਨਾਲ ਅਸੀਂ ਇੱਥੇ 20-50 ਬੈਠੇ ਹੁੰਦੇ ਨਾਲ ਲੈ ਜਾਂਦੇ, ਪਰ ਅਸੀਂ ਤਿੰਨੋਂ ਇੱਕ ਗੱਡੀ 'ਚ ਵੀ ਆਪਾਂ ਤਾਂ ਯਾਰ 50 ਦਿਨ ਹੋ ਗਏ ਬੈਠੇ ਆ, ਆਪਾਂ ਨੂੰ ਤਾਂ ਵੈਸੇ ਹੀ ਕੋਈ ਨਹੀਂ ਕੁਝ ਕਹੂਗਾ, ਤੇ ਜਿਹੜੇ ਬਾਕੀਆਂ ਨੂੰ ਨਹੀਂ ਕੁਝ ਕਹਿੰਦੇ, ਜਿਹੜੇ ਸਾਰੇ ਆਰਾਮ ਨਾਲ ਘਰਾਂ 'ਚ ਬੈਠੇ ਆ BJP ਤੋਂ ਇਲਾਵਾ, ਤੇ ਆਪਾਂ ਨੂੰ ਕੀ ਕਹਿਣਾ ਕਿਸੇ ਨੇ। ਸਾਨੂੰ ਤਾਂ ਮਨ 'ਚ ਇਹ ਸੋਚ, ਪਰ ਉਹਨਾਂ ਨੂੰ ਇਹ ਕਿਸਾਨਾਂ ਨਾਲ ਥੋੜੀ ਸੀ, ਉਹਨਾਂ ਨੂੰ ਤਾਂ ਇਹ ਸੀ ਵੀ ਇਹ 26 ਤੋਂ ਪਹਿਲਾਂ ਐਜੀਟੇਸ਼ਨ ਟੁੱਟੇ। ਉਹ ਮੈਂ ਤੁਹਾਨੂੰ ਸਾਬਤ ਕਰਦਾ ਕਿਵੇਂ। ਇਹ ਜਦੋਂ ਗੱਲ ਹੁੰਦੀ ਆ, ਥੱਲੇ ਡਿੱਗ ਪੈਂਦੇ ਆ, ਤੇ ਇੱਕ ਸਾਹਮਣੇ ਮੈਂ ਤੁਹਾਨੂੰ ਇਹ ਮੁੰਡੇ ਦਾ ਦਿਖਾਉਣਾ ਜਿਹਨੇ ਬਚਾਇਆ, ਸਾਹਮਣੇ ਲਾਲ ਟੀ-ਸ਼ਰਟ ਇਦੋਂ ਵੀ ਗਾੜੀ, ਉਹਦੇ ਪਾਈ ਸਵੈਟ ਸ਼ਰਟ ਤੇ ਜੀਨ ਪਾਈ, ਨਾਲ ਉਹ ਕੈਮਰਾ ਬਣਾਵੇ, ਤੇ ਨਾਲ ਦੱਬ 'ਚ ਉਹਦੇ ਪਿਸਤੌਲ ਉਹ ਐਂ ਕੱਢਿਆ ਉਹਨੇ। ਜਦ ਹੀ ਨਹੀਂ, ਆਹ ਜਿਹੜਾ ਆ ਮੁੰਡਾ, ਆ ਜਿਹੜੀ ਥੋੜੀ ਆ ਗੁਰਸਿੱਖ ਮੁੰਡਾ ਇੱਕ ਸੱਤਾ, ਇਹ ਸਾਨੂੰ ਭੇਜੀ ਆ ਫੋਟੋ। ਮੈਂ ਇਹਨੂੰ ਪੁੱਛਿਆ, ਮੈਂ ਕਿ ਯਾਰ ਆਹ ਬੰਦਾ ਸੀ ਜਿਹਨੇ ਬਚਾਇਆ। ਇਹ ਹੁਸ਼ਿਆਰਪੁਰ ਦਾ ਗੁਰਸਿੱਖ ਮੁੰਡਾ, ਉਹ ਜਿਹੜਾ ਮਾਰਨ ਵਾਲਾ ਸੀ, ਉਹਦੀ ਦਾੜੀ ਕੱਟੀ ਸੀ, ਬਾਲ ਨਹੀਂ ਸਿਰ ਤੇ, ਉਹਦੇ ਭੂਰੇ ਜੇ ਬਾਲ ਸੀ, ਪਿਸਟਲ ਉਹਨੇ ਕੱਢਿਆ, ਤੇ ਨਾਲ ਉਹ ਆਪਣੇ ਆਕਾ ਨੂੰ ਵੀਡੀਓ ਵੀ ਦਿਖਾ ਰਿਹਾ ਸੀ। ਇਹਨੇ ਕਿਹਾ, ਓਏ ਜੇ ਪੰਜਾਬੀ ਆ ਤਾਂ ਜਦੋਂ ਇਹਨੇ ਇੰਨਾ ਕਿਹਾ, ਉਹ ਬੰਦਾ, ਜਦੋਂ ਮੈਂ ਤਾਂ ਕੁਰਸੀਆਂ ਦੇ ਪੁੰਜੇ ਬੈਠਾ, ਉਹ ਬੰਦਾ ਇੱਕਦਮ, ਜਿਹੜੇ ਉਹਦੇ ਨਾਲ ਦੇ ਸੀ, ਜਿਹੜੇ ਸਰਕਲ ਐ ਬਣਾਏ ਸੀ, ਉਹ ਇੱਕਦਮ ਉਹਨਾਂ ਨੇ ਮੂਹਰੇ ਕਰ ਲਿਆ, ਤੇ ਉਹ ਪਿੱਛੋਂ ਨਹੀਂ ਮੈਂ ਦੇਖਿਆ ਵੀ ਨਿਕਲ ਗਿਆ ਜਾਂ ਕੀ ਕੀਤਾ, ਪਰ ਉਹਦੇ ਇਹ ਮੁੰਡਾ ਹੁਸ਼ਿਆਰਪੁਰ ਦਾ, ਇਹ ਮੁੰਡਾ ਕੋਈ ਸੱਤਾ ਏ ਗੁਰਸਿੱਖ, ਮੈਨੂੰ ਇੱਥੇ ਵੀ ਬਚਾ ਰਿਹਾ ਇਹ। ਜਦੋਂ ਇਹਨੇ ਦੇਖਿਆ, ਇਹਨੇ ਇੱਕ ਸ਼ਖਸ ਹੈ ਸੱਤਾ ਕਰਕੇ ਕਹਿ ਰਿਹਾ, ਕੁਝ ਤਸਵੀਰਾਂ ਜਿਹੜੀਆਂ ਵੀਡੀਓਜ਼ ਦੇ ਵਿੱਚੋਂ ਹੀ ਲਈਆਂ ਗਈਆਂ ਨੇ, ਇਹ ਸੱਤਾ ਹੁਸ਼ਿਆਰਪੁਰ ਦਾ ਕਿਹਾ ਜਾ ਰਿਹਾ ਕਿ ਇਹਨਾਂ ਨੇ ਪਿਸਟਲ ਦੇਖਿਆ। ਸੋ ਇਹ ਚੀਜ਼ਾਂ ਜਿਹੜੀਆਂ ਸਾਬਤ ਹੋਣਗੀਆਂ ਹੌਲੀ ਹੌਲੀ, ਕੋਸ਼ਿਸ਼ ਅਸੀਂ ਵੀ ਕਰਾਂਗੇ ਸੱਤੇ ਨੂੰ ਲੱਭਣ ਦੀ, ਤਾਂ ਕਿ ਲੱਭਿਆ ਜਾ ਸਕੇ ਵੀ ਪਿਸਟਲ ਕਿਹਦੇ ਕੋਲ ਸੀ। ਜੇ ਪਿਸਟਲ ਸੀ ਤਾਂ ਦੈਟ ਮੀਨਸ ਇਹ ਪਲੈਨਡ ਸੀਗੀਆਂ ਚੀਜ਼ਾਂ। ਅੱਛਾ, ਫਿਰ ਅੱਗੇ ਕੀ ਹੋਇਆ? ਇਹ ਤਾਂ ਇਹਦੇ ਨਾ ਮਗਰ ਪੈ ਜਾਣ, ਇਹੋ ਜਿਹਾ ਟਾਈਮ ਚੱਲ ਰਿਹਾ ਵਿਚਾਰੇ ਦੇ। ਮੈਂ ਸਮਝਦਾ ਵੀ ਗਲਤੀ ਉਹ ਕਰ ਗਿਆ। ਸਾਹਮਣੇ ਤਾਂ ਆਵੇ। ਹਾਂ, ਹਜੇ ਤਾਂ ਇਹਨੂੰ ਵੀ ਥੋੜਾ ਚਿਰ ਬਚਾ ਕੇ ਰੱਖਣਾ ਪਊ, ਇਹਨਾਂ ਦਾ ਕੀ ਪਤਾ ਵੀ ਉਹਦੇ ਇਕੱਲੇ ਦੇ। ਤੇ ਚਲੋ, ਇਹ ਬੰਦੇ ਨੇ ਜਦੋਂ ਇਹ ਦੇਖਿਆ, ਤੇ ਫਿਰ ਇਹ 5 ਗੁਰਸਿੱਖ ਬੰਦੇ ਸੀ ਉੱਥੇ, ਕੋਈ ਅਸੀਂ ਨਹੀਂ ਜਾਣਦੇ, ਚਾਰਾਂ ਨੂੰ ਪਤਾ ਨਹੀਂ ਲੱਗਿਆ ਹਜੇ ਤਸਵੀਰਾਂ 'ਚ, ਐਂ ਜਿਵੇਂ ਇਹ ਦੇਖਿਆ ਏ, ਪਤਾ ਕੀਤਾ ਕਿਸੇ ਨੂੰ ਵੀ ਇਹ ਕੌਣ ਆ, ਸਾਡੇ ਕੰਟੈਕਟ 'ਤੇ ਉਹ 4-5 ਬੰਦੇ, ਉਹ ਰੱਬ ਨੇ ਜਿਵੇਂ ਸਾਡੇ ਵੀ ਉੱਤੋਂ ਹੀ ਭੇਜਦੇ ਹੁੰਦੇ ਆ ਵੀ ਭਾਈ ਭੀੜ ਪੈ ਗਈ। ਜਦੋਂ ਉਹ ਤਾਂ ਹਟ ਗਿਆ, ਤੇ ਫਿਰ ਇਹਨਾਂ ਕੋਲ ਮੂਹਰੇ ਡੰਡਿਆਂ ਦੇ ਸੂਏ ਲਾਏ ਹੋਏ ਸੀ, ਜਾਂ ਸਰੀਏ, ਜਾਂ ਮੂਹਰੇ ਉਹ ਜਿਹੜਾ ਤੀਰ ਨਹੀਂ ਹੁੰਦਾ, ਤੀਰ ਵਰਗੀਆਂ ਚੀਜ਼ਾਂ, ਉਹਦੇ ਡੰਡਿਆਂ ਦੇ ਜਿਹੜੇ ਝੰਡੇ ਵਾਲੇ ਡੰਡੇ ਸੀ, ਇਹਨਾਂ ਦੇ ਪਿੱਛੇ ਇਹ ਚੀਜ਼ਾਂ ਲਾਈਆਂ ਸੀ। ਉਹ ਸੂਲਾਂ ਮਾਰਨ ਲੱਗ ਗਏ। ਸਾਡੇ ਜੇ 5 ਵੱਜਦੀਆਂ ਸੀ ਜੇ ਕਿਤੇ, ਤੇ ਇਹ ਜਿਹੜੇ 5 ਬੰਦੇ ਸੀ, ਇਹ ਲੱਤਾਂ ਜੋੜ ਕੇ, ਜਿਵੇਂ ਇਹ ਪਿੱਠ ਆ, ਇਹ ਲੱਤਾਂ ਜੋੜ ਕੇ ਸਾਡੇ ਮਗਰ ਖੜੇ ਹੋ ਗਏ, ਜਿਵੇਂ ਆਹ ਤੁਹਾਡੀ ਪਿੱਠ ਆ, ਇਹ ਐ ਪਿੱਛੇ ਖੜੇ ਹੋ ਗਏ। ਉਹਨਾਂ ਨੂੰ ਜਗ੍ਹਾ ਨਾ ਮਿਲੇ, ਇਹ ਰੋਕਣ ਉਹਨਾਂ ਨੂੰ, ਤੇ ਉਹ ਜਦੋਂ ਇੱਧਰੋਂ ਹੋਣ, ਜਦੋਂ ਬੰਦਾ ਪਿੱਛੇ ਹੀ ਖੜਾ ਹੋ ਗਿਆ, ਤੇ ਕੀ ਕਰੋਗੇ? ਉਹ ਉੱਤੋਂ ਇੱਧਰੋਂ ਉੱਧਰੋਂ, ਜਿਹੜਾ ਆਈਆਂ ਵੀਡੀਓ 'ਚ, ਉਹ ਜੋ ਕਰਨਾ ਸੀ ਕਰਦੇ ਰਹੇ। ਅਖੀਰ ਮੈਂ ਕਿਹਾ ਵੀ ਉੱਠਣਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਮੈਨੂੰ ਕਹਿਣ ਵੀ ਹੱਥ ਜੋੜਦੇ ਆ ਜੀ ਜਿਹੜੇ ਬਚਾਉਣ ਵਾਲੇ, ਵੀ ਤੁਸੀਂ ਚਲੇ ਜਾਓ। ਮੈਂ ਕਿਹਾ ਵੀ ਇਹ ਨਾ ਸਾਡੀ ਕੌਮ 'ਚ, ਨਾ ਮੇਰੇ ਖੂਨ 'ਚ ਉਸ ਮਾਂ ਦਾ। ਜੇ ਪਲੈਨਡ ਹੈ ਭਾਜੀ, ਜੇ ਪਲੈਨਡ ਹੈ ਸਭ ਕੁਝ, ਤਾਂ ਤੁਹਾਡੇ ਜਾਣ ਦੀ ਇਨਫੋਰਮੇਸ਼ਨ ਕਿਹਦੇ ਕੋਲ ਸੀਗੀ ਪਹਿਲਾਂ? ਸਭ ਤੋਂ ਪਹਿਲਾਂ ਤਾਂ ਆਰਗੇਨਾਈਜ਼ਰਾਂ ਕੋਲ ਹੀ ਸੀਗੀ। ਉਹਨਾਂ ਨੂੰ ਪਤਾ ਸੀ ਤੁਸੀਂ ਆਉਣਾ ਹੈ? ਮੈਂ ਕਿਹਾ ਜੀ, ਉਹਨਾਂ ਨੂੰ ਪਾਰਟੀ ਹਾਈ ਕਮਾਂਡ ਨੇ ਸਾਨੂੰ ਇਹ ਕਿਹਾ ਵੀ ਹੁਣੀ ਪਹੁੰਚੋ, ਜਿਵੇਂ ਅਸੀਂ ਫਿਰ ਉਧਰ ਦੱਸਿਆ ਵੀ ਚੱਲ ਪਏ ਨੇ। ਉਹ ਇਦਾਂ ਲੱਗਦਾ ਜਿਵੇਂ ਜੇ ਤੁਸੀਂ ਕਹਿ ਰਹੇ ਹੋ ਵੀ ਡੰਡਿਆਂ ਦੇ ਉੱਪਰ ਤੀਰ ਵਰਗੀਆਂ ਚੀਜ਼ਾਂ ਲਾਈਆਂ ਹੋਈਆਂ ਸੀ, ਪ੍ਰੋਪਰ ਤਿਆਰ ਕੀਤਾ ਸੀ ਸਮਾਨ, ਤੁਹਾਨੂੰ ਘੱਟੋ ਘੱਟ ਉਹਨਾਂ ਨੇ 1 ਦਿਨ ਪਹਿਲਾਂ ਇਹਦੀ ਤਿਆਰੀ ਕੀਤੀ। ਇਹ ਸੰਸਦ 'ਚ ਤਾਂ ਉਹਨਾਂ ਨੂੰ ਪਤਾ ਹੀ ਸੀ ਵੀ ਇਹਨਾਂ ਨੇ ਆਉਣਾ ਹੀ ਆਉਣਾ, ਕਿਉਂਕਿ ਅਨਾਉਂਸਮੈਂਟ ਸੀ, ਇੱਥੇ ਤਿਆਰੀ 'ਚ ਹੀ ਅਸੀਂ। ਇਹ ਜਿਹੜਾ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਜੋ ਇਹ ਪ੍ਰਸ਼ਾਂਤ ਭੂਸ਼ਣ ਨੇ, ਉਹ ਕੱਲ 2 ਘੰਟੇ ਉਰੇ ਬਾਅਦ 'ਚ, ਚਲੋ ਅਫਸੋਸ ਹੁੰਦਾ ਹੀ ਆ ਹਰੇਕ ਨੂੰ ਆ ਕੇ, ਉਹ ਕਹਿੰਦੇ ਜੀ ਇਹ ਸਾਰੀ ਤਿਆਰੀ ਜਿਹੜੀ ਆ ਅੱਧਾ ਘੰਟੇ ਤੇ 20 ਮਿੰਟ ਦੇ ਵਿੱਚ ਖੁਸਰ ਪੁਸਰਾ, ਕੋਈ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ। ਉਹ ਬਜ਼ੁਰਗ ਆਦਮੀ ਆ, ਉਹਨਾਂ ਨੇ ਇਸ ਗੱਲ ਤੋਂ ਕੀ ਕਰਨਾ ਹੈ। ਉਸ ਵੇਲੇ ਪ੍ਰਸ਼ਾਂਤ ਜਿਹੜੇ ਉੱਥੇ ਸੰਚਾਲਕ ਸੀ, ਜਦੋਂ ਅੱਜ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਦੱਸੋ ਵੀ ਯੋਗਿੰਦਰ ਯਾਦਵ ਇੱਥੇ ਕਿੰਨੇ ਵਜੇ ਆਇਆ, ਉਹ ਵੀ ਉੱਥੇ ਸੀ। ਯੋਗਿੰਦਰ, ਇਹੀ ਤਾਂ ਸਭ ਤੋਂ ਖਤਰੇ ਦੀ ਘੰਟੀ ਆ ਨਾ। ਆ ਯੋਗਿੰਦਰ ਯਾਦਵ, ਇਹ ਤੁਸੀਂ ਦੇਖ ਲਓ, ਦਿਖਾ ਦਿਓ ਇੱਕ ਵਾਰੀ ਕਲੋਜ਼ ਮਾਰਿਓ ਇਹਦੇ ਤੇ। ਇਹ ਯੋਗਿੰਦਰ ਯਾਦਵ ਨੇ, ਉਹੀ ਗੁਰੂ ਤੇਗ ਬਹਾਦਰ ਮੈਮੋਰੀਅਲ ਹੈ, ਇਹ ਕੱਲ ਵਾਲੀ ਜਗ੍ਹਾ ਉਹੀ। ਮੈਂ ਇਹਦੇ ਨਾਲ ਕਨਫਰਮ ਕੀਤਾ, ਹਾਂ, ਆਰਗੇਨਾਈਜ਼ਰਾਂ ਤੋਂ ਕਨਫਰਮ ਕੀਤਾ, ਉਹ ਕਹਿੰਦੇ ਜੀ ਬਿਲਕੁਲ ਯੋਗਿੰਦਰ ਯਾਦਵ 2 ਘੰਟੇ
2 ਤੋਂ ਬਾਅਦ ਵੀ 2 ਵਜੇ ਤੋਂ ਬਾਅਦ ਵੀ ਉਰੇ ਸੀ ਜਦੋਂ ਤੁਸੀਂ ਆਏ ਹੋ। ਉਦੋਂ 15 ਮਿੰਟ ਪਹਿਲਾਂ ਹੀ ਇਸ ਮੰਚ ਤੋਂ ਗਏ ਆ, ਸਾਰੇ ਸਿਆਸੀ ਪਾਰਟੀਆਂ ਨੂੰ ਮਿਲੇ ਆ, ਉਹ ਸਾਰੇ ਹੀ ਲੀਡਰਾਂ ਨਾਲ ਮਿਲੇ ਨੇ। ਉਹ 2 ਘੰਟੇ ਤੋਂ ਉੱਤੇ ਸਾਡੇ ਕੋਲ ਰਹੇ। ਇਹ ਤੁਸੀਂ ਕਿਸੇ ਆਰਗੇਨਾਈਜ਼ਰ ਤੋਂ ਇਹ ਗੱਲ ਆਪ ਦੇ ਲੈਵਲ ਤੇ ਕਲੀਅਰ ਵੀ ਕਰ ਸਕਦੇ। ਇਹ ਆਪਣੇ ਆਪ ਦੇ ਵਿੱਚ ਇਹ ਜੇ ਤਸਵੀਰ ਸੱਚ ਹੈ ਤਾਂ ਇਹ ਵੱਡਾ ਖੁਲਾਸਾ ਹੈ ਆਪਣੇ ਆਪ ਦੇ ਵਿੱਚ। ਇੱਕ ਪਾਸੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਡਿਸਕ੍ਰੈਡਿਟ ਇਹਨਾਂ ਲੋਕਾਂ ਨੇ, ਯੋਗਿੰਦਰ ਯਾਦਵ, ਸ਼ਿਵ ਕੁਮਾਰ ਕੱਕਾ, ਇਹਨਾਂ ਨੇ ਇਸ ਗੱਲ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰਨਾਮ ਸਿੰਘ ਚੜੂਨੀ ਪੋਲੀਟੀਕਲ ਪਾਰਟੀਆਂ ਦੇ ਨਾਲ ਡਾਇਲੌਗ ਵੀ ਕਿਉਂ ਕਰ ਰਹੇ ਆ, ਗੱਲ ਵੀ ਕਿਉਂ ਕਰ ਰਹੇ। ਔਰ ਕੱਲ ਇਹ ਫਿਰ ਜੇ ਇਸ ਭੀੜ ਨੂੰ ਇਸ ਪੂਰੀ ਸਟੇਜ ਨੂੰ ਸੰਬੋਧਨ ਕਰਕੇ ਗਏ ਹੈ ਤਾਂ ਇਹ ਯੋਗਿੰਦਰ ਯਾਦਵ ਤੇ ਵੱਡੇ ਸਵਾਲ ਨੇ। ਹੁਣ ਚਲੋ ਆਪਾਂ ਹੁਣ ਯੋਗਿੰਦਰ ਯਾਦਵ ਦੀ ਗੱਲ ਹੀ ਮੁਕਾ ਲਈਏ। ਪਹਿਲਾਂ ਇਹ ਸ਼ਖਸ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਪੰਜਾਬੀ ਨੂੰ ਤਾਂ ਪੱਗ ਵਾਲੇ ਨੂੰ ਤਾਂ ਇਹ ਕਢਵਾ ਦਿੰਦਾ ਏ ਵੀ ਤੁਸੀਂ ਕਿਵੇਂ ਗਏ, ਹਜੇ ਉਹ ਤਿਆਰੀ ਦਾ ਪ੍ਰੋਗਰਾਮ ਸੀ। ਤੇ ਕੱਲ ਕੀ ਇਹ ਜਿਹੜੇ 7 ਮੈਂਬਰੀ ਕਮੇਟੀ, 31 ਮੈਂਬਰੀ ਕਮੇਟੀ, 350 ਮੈਂਬਰੀ ਕਮੇਟੀ, 450 ਕਮੇਟੀ, 550 ਮੈਂਬਰ ਕਮੇਟੀ, ਜਿਹੜੇ ਇਹ ਕਹਿੰਦੇ ਆ ਵੀ ਅਸੀਂ ਉਹਨਾਂ ਦੀ ਉਹ ਕੀ ਕਹਿੰਦੇ ਆ ਵੀ ਉਹਨਾਂ ਦੀ ਅਸੀਂ ਸਾਰੇ ਜਿਹੜੇ ਇਹ ਆਗੂ ਨੇ ਜਿੰਨੇ ਵੀ 31 ਜਾਂਦੇ ਆ ਉਹਨਾਂ ਦੀ ਇਹ ਅਗਵਾਈ ਕਰਦੇ ਆ। ਤੇ ਜੇ ਫਿਰ ਜਾਂ ਤਾਂ ਇਹ ਯੋਗਿੰਦਰ ਯਾਦਵ ਇਹ ਐਡਾ ਵੱਡਾ ਹੋ ਗਿਆ ਵੀ ਇਹ ਸਾਰੇ ਪੰਜਾਬੀਆਂ ਨੂੰ ਆਪਣੀ ਜੇਬ 'ਚ ਪਾਈ ਫਿਰਦਾ। ਨਹੀਂ, ਇਹ ਬਹੁਤ ਵੱਡਾ ਸਵਾਲ ਹੈ। ਮਤਲਬ ਕਿਉਂਕਿ ਕਿਸਾਨ ਏਕਤਾ ਮੋਰਚਾ ਹੁਣ ਇਹ ਤਸਵੀਰ ਉਹ ਤੈਅ ਕਰੇ ਕੀ ਕਿਸਾਨ ਏਕਤਾ ਮੋਰਚਾ ਨੇ ਯੋਗਿੰਦਰ ਯਾਦਵ ਨੂੰ ਇਸ ਗੱਲ ਦੀ ਪਰਮਿਸ਼ਨ ਦਿੱਤੀ ਹੈ ਕਿ ਉਹ ਪੋਲੀਟੀਕਲ ਪਾਰਟੀਆਂ ਦੇ ਨਾਲ ਏਕਤਾ ਮੋਰਚਾ ਦੇ ਬਿਹਾਫ ਤੇ ਡਾਇਲੌਗ ਕਰ ਸਕੇ। ਜਦੋਂ ਤੁਸੀਂ ਗੁਰਨਾਮ ਸਿੰਘ ਚੜੂਨੀ ਨੂੰ ਰੋਕਿਆ ਤਾਂ ਫਿਰ ਯੋਗਿੰਦਰ ਯਾਦਵ ਕਿਹੜੀ ਹਸਤੀ ਕਿਸ ਪਾਵਰ ਦੇ ਨਾਲ ਇਹਨਾਂ ਜਨ ਸੰਸਦਾਂ ਦੇ ਵਿੱਚ ਸ਼ਮੂਲੀਅਤ ਕਰ ਰਿਹਾ? ਬਹੁਤ ਵੱਡਾ ਸਵਾਲ। ਇੱਕ ਗੁਰਪ੍ਰੀਤ ਜੀ ਹੋਰ ਰੋਜ਼ ਸਟੇਜ ਤੋਂ ਇਹ ਕਿਹਾ ਜਾਂਦਾ ਵੀ ਕੋਈ ਪੋਲੀਟੀਕਲ ਝੰਡਾ ਲੈ ਕੇ ਕੋਈ ਪੋਲੀਟੀਕਲ ਬੰਦਾ ਸਟੇਜ ਤੇ ਅਸੀਂ ਨਹੀਂ ਆਉਣ ਦੇਣਾ ਨਾ ਹੀ ਜਾਣਾ। ਤੇ ਇਹ ਬੰਦਾ ਆਪ ਜਾ ਕੇ ਉਹਨਾਂ ਨਾਲ ਸ਼ੇਅਰ, ਜਾਂ ਤਾਂ ਸਾਰੇ ਹੀ ਰਲੇ ਹੋਏ ਹੋ, ਬੋਲਦੇ ਕੁਛ ਹੋਰ ਹੋ, ਜਾਂ ਤਾਂ ਬੋਲਦੇ ਕੁਛ ਟੀਵੀ ਮੂਹਰੇ ਜਾਂ ਸਟੇਜਾਂ ਤੇ ਹੋਰ ਹੋ, ਪਿੱਛੋਂ ਸਾਰੇ ਪਾਰਟੀਆਂ ਨਾਲ ਡਾਇਲੌਗ ਚੱਲ ਰਿਹਾ। ਕਿਸਾਨ ਏਕਤਾ ਮੋਰਚਾ ਦੇ ਵੱਲੋਂ ਜਨ ਸੰਸਦ ਵਾਲਾ ਆਈਡੀਆ ਉਦੋਂ ਹੀ ਰੱਦ ਕਰ ਦਿੱਤਾ ਗਿਆ ਸੀ ਜਦੋਂ ਗੁਰਨਾਮ ਸਿੰਘ ਚੜੂਨੀ ਵਾਲਾ ਮਾਮਲਾ ਆਇਆ ਸੀ ਵੀ ਅਸੀਂ ਗੱਲ ਨਹੀਂ ਕਰਨੀ ਕਿਸੇ ਜਨ ਸੰਸਦ ਦੇ ਨਾਲ। ਪਰ ਇਹ ਕਿਉਂ ਹੋ ਰਹੀ ਹੈ? ਇਹ ਕਿਉਂ ਹੁਣ ਰਾਜੇਵਾਲ ਸਾਹਿਬ ਜਿਹੜੇ ਸਭ ਤੋਂ ਸਿਆਣੇ ਨੇ, ਉਗਰਾਹਾਂ ਸਾਹਿਬ ਜਿਹੜੇ ਪੜ੍ਹੇ ਲਿਖੇ ਬੰਦਿਆਂ ਦੀ ਮੈਂ ਗੱਲ ਕਰ ਰਿਹਾ, ਕਾਦੀਆਂ ਸਾਹਿਬ, ਡੱਲੇਵਾਲ ਸਾਹਿਬ, ਚਲੋ ਬਾਕੀ ਤਾਂ ਵਿਚਾਰੇ ਮਾਤੜ ਸਾਥੀ ਵੀ ਬਹੁਤ ਨੇ, ਮੈਂ ਉਹਨਾਂ ਨਾਲ ਮੰਨਦਾ ਵੀ ਉਹਨਾਂ ਨੂੰ ਉਰੇ ਮੰਤਰੀਆਂ ਨਾਲ ਗੱਲ ਕਰਨੀ ਔਖੀ ਆ, ਉਹਨਾਂ ਨੂੰ ਬਿੱਲ ਪੜ੍ਹਨੇ ਔਖੇ ਆ, ਪ੍ਰੈਸ ਦੇ ਮੂਹਰੇ ਸਾਹਮਣੇ ਜਾਣਾ ਔਖਾ ਏ। ਤੇ ਇਹੀ ਕਿਉਂ ਬੰਦਾ ਰੋਡ ਮੈਪ ਵੀ ਇਹੀ ਕਰੇ, ਪ੍ਰੈਸ ਕਾਨਫਰੰਸ ਵੀ ਇਹ ਕਰੇ, 26 ਦਾ ਪ੍ਰੋਗਰਾਮ ਵੀ ਇਹ ਤੈਅ ਕਰੇ, ਇਹ ਜਿਹਨੂੰ ਸਜ਼ਾ ਦੇਣੀ ਆ ਉਹਨੂੰ ਵੀ ਇਹ ਦਵੇ। ਤੇ ਹਰ ਜਿਹੜੀ ਵੀ ਇਹਨੇ ਸੋਸ਼ਲ ਮੀਡੀਆ ਤੇ ਬੋਲਣਾ ਇਹਨੇ ਬੋਲਣਾ, ਇਹਦਾ ਨਾ ਟਰੈਕਟਰ, ਨਾ ਝੰਡਾ, ਨਾ ਡੰਡਾ, ਨਾ ਬੰਬੂ, ਇਹਦੇ ਕੋਲ ਕੀ ਆ? ਜਿਹੜੇ ਪੰਜਾਬ ਦੇ ਲੱਖਾਂ ਲੋਕ ਸਾਡੇ ਬੈਠੇ ਆ, ਉਹ 25 ਲੱਖ ਜਿਹੜੇ ਲੋਕ ਨੇ ਉਹ ਪੰਜਾਬ ਦੇ ਆ। ਟਰੈਕਟਰ ਤੇ ਪੰਜਾਬ ਦੇ ਲੀਡਰ ਕੀ ਗੱਲ ਇਹਦੇ ਕਿਉਂ ਜੇਬ 'ਚ ਪਏ ਹੋਏ ਆ? ਇਹ ਕੀ ਚੀਜ਼ ਆ? ਅੱਜ ਤੱਕ ਸੈਂਟਰ ਇਹ ਕਹਿੰਦੀ ਆ ਵੀ ਅਸੀਂ ਅੰਦਰ ਖਾਤੇ ਵੀ ਜੇ ਬਿੱਲ ਨਹੀਂ ਅਸੀਂ ਵਾਪਸ ਕਰ ਰਹੇ ਤਾਂ ਇਹ ਸਖਸ਼ ਕਰਕੇ ਨਹੀਂ ਕਰ ਰਹੇ। ਚਲੋ ਇੱਕ ਗੱਲ ਇਹ ਬਹੁਤ ਵੱਡੀ ਗੱਲ ਹੈਗੀ। ਜੇ ਤੁਸੀਂ ਗੁਰਨਾਮ ਸਿੰਘ ਚੜੂਨੀ ਤੇ ਕਿਸਾਨ ਏਕਤਾ ਮੋਰਚਾ ਨੇ ਕਾਰਵਾਈ ਕੀਤੀ ਹੈ ਤਾਂ ਅੱਜ ਸ਼ਾਮ ਤੱਕ ਕਿਸਾਨ ਏਕਤਾ ਮੋਰਚਾ ਇਹ ਤੈਅ ਕਰੇ ਕਿ ਯੋਗਿੰਦਰ ਯਾਦਵ ਤੇ ਕੀ ਕਾਰਵਾਈ ਕਰਨੀ ਹੈ ਫਿਰ, ਕਿਉਂਕਿ ਉਹਨਾਂ ਤੋਂ ਵੱਡੀ ਗੱਲ ਹੈ। ਜਾਂ ਤਾਂ ਤੁਸੀਂ ਸਾਰੇ ਰਲੇ ਹੋਏ ਹੋ ਇਹਦੇ ਨਾਲ ਵੀ ਪਿਛਲੇ ਪਾਸਿਓਂ ਤੁਸੀਂ ਸਾਰਿਆਂ ਨਾਲ ਗੱਲ ਸਿਆਸੀ ਬੰਦਾ ਕਰ ਰਹੇ ਹੋ ਮੂਹਰੇ ਚਿਹਰਾ, ਜਾਂ ਜੇ ਤੁਸੀਂ ਸੱਚੇ ਹੋ, ਜਿਹੜੇ ਕਿ ਮੈਂ ਮੰਨਦਾ ਸੱਚੇ ਹੋ, ਤੁਸੀਂ ਪੰਜਾਬ ਵਾਲੇ ਝੂਠੇ ਨਹੀਂ ਹੋ ਸਕਦੇ, ਫਿਰ ਇਹਦੇ ਉੱਤੇ ਤੁਸੀਂ ਸਾਰੇ ਵਾਲੇ ਇਕੱਠੇ ਹੋ ਕੇ ਇਹਦੇ ਉੱਤੇ 26 ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਪ੍ਰੋਗਰਾਮ ਆ ਜਿਹਦੇ ਖਾਤਰ ਸਾਰਾ ਪੰਜਾਬ ਉਰੇ ਢੁਕਿਆ ਬੈਠਾ ਏ, ਤੇ ਇਹ ਬੰਦੇ ਦੇ ਫਿਰ ਉਹਨੂੰ ਸਾਰਾ ਇਹਦੀ ਝੋਲੀ 'ਚ ਪਾਉਣਾ, ਜਿਹੜਾ ਬੰਦਾ ਸਭ ਤੋਂ ਵੱਡੀ ਸਟੇਜ ਪੋਲੀਟੀਕਲ ਜਿਹੜੀ ਸੀ, ਜਿੱਥੇ ਹਰ ਦੇਸ਼ ਦਾ ਪੋਲੀਟੀਕਲ ਬੰਦਾ, ਹਰ ਦੇਸ਼ ਦਾ ਪੋਲੀਟੀਕਲ ਆਗੂ ਆਇਆ ਸੀ, ਤੇ ਉੱਥੇ ਇਹ ਬੰਦਾ ਕੀ ਕਰ ਰਿਹਾ ਸੀ ਜੀ? ਇਹ ਉਦੋਂ ਬਾਅਦ ਆ ਜਿਹੜਾ ਆਮ ਆਦਮੀ ਪਾਰਟੀ ਦਾ ਇਹਦਾ ਜਿਹੜਾ ਇਹ ਨਿਕਲ ਗਿਆ, ਇਹ ਜੰਗ ਸ਼ੇਰ ਸਿੰਘ ਆ ਪ੍ਰਧਾਨ ਆਮ ਆਦਮੀ ਪਾਰਟੀ ਪੱਟੀ ਦਾ। ਇਹ ਹੋਰਾਂ ਦੇ ਵੀ ਬਹੁਤ ਚਿਹਰੇ ਨੇ, ਉਹ ਨੌਜਵਾਨ ਬੱਚੇ ਆਪਾਂ ਉਹਨਾਂ ਨੂੰ ਨਹੀਂ ਲਿਆਉਣਾ। ਜਦੋਂ ਬੀਜੇਪੀ ਵਾਲਿਆਂ ਤੇ ਅਟੈਕ ਹੁੰਦਾ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਆਪ ਲੈਂਦੇ ਆ ਵੀ ਭਾਈ ਇਹ ਮੇਰੇ ਤੇ ਕੇਸ ਕਰ ਦਿਓ, ਪੰਜਾਬ ਦੇ ਬੱਚਿਆਂ ਤੇ ਨਹੀਂ। ਜਿਹੜਾ ਚੋਰ ਆ, ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਫੜਨਾ ਚਾਹੀਦਾ। ਇਹ ਚੋਰ ਦੀ ਮਾਂ ਇਹ ਦੋਨੋਂ, ਇੱਕ ਇਹ ਜਿਹੜਾ ਆ ਦੇਖੋ ਸਭ ਤੋਂ ਅਟੈਕ ਆ ਜਿਹੜਾ ਇਹ ਕਹਿ ਰਿਹਾ ਸਾਨੂੰ ਵੀ ਭਾਈ ਇਹ ਨਿਹੱਤੇ ਇਹ ਦੁਬਾਰਾ ਨਹੀਂ ਲੱਭਣੇ, ਇਹ ਨਿਹੱਤੇ ਹੁਣ ਨੇ, ਇਹ ਮੌਕਾ ਇਹ ਛੱਡਿਓ ਨਾ।
ਇਹ ਸਾਰੇ ਆ ਸਭ ਨੂੰ ਵੀ ਆਹੀ ਮੌਕਾ ਆ ਬੰਦਾ Official ਹੈ ਵੀ ਇਹ ਪੱਟੀ ਦਾ ਪ੍ਰਧਾਨ ਹੈ ਅਫੀਸ਼ੀਅਲ ਇਹਨੇ ਇੱਕ ਸਾਨੂੰ ਅਸੀਂ ਨਹੀਂ, ਇਹਨੇ ਆਪ ਦੇ ਫੇਸਬੁੱਕ ਤੇ ਆਪ ਕੀਤਾ ਵੀ ਇਹ ਕੰਮ ਮੈਂ ਕੀਤਾ ਏ, ਤੇ ਸਾਰਾ ਆਮ ਆਦਮੀ ਪਾਰਟੀ ਜਿਹੜੇ ਪ੍ਰਧਾਨ ਨੇ, ਸਰਕਲ ਪ੍ਰਧਾਨ ਨੇ, ਉਹ ਸਾਰੇ ਟੋਟਲ ਇਹਨੂੰ ਸ਼ੇਅਰ ਕਰ ਰਹੇ ਆ, ਇਹਨੂੰ ਵਧਾ ਚੜਾ ਕੇ ਅੱਗੇ ਇਹਦੀਆਂ ਫੋਟੋਆਂ ਹੈ ਜਿਹੜੀਆਂ ਆ ਸਾਡੇ ਕੋਲ ਤਾਂ ਆਈਆਂ ਨਹੀਂ ਆ, ਇਹ ਤਾਂ ਕਿਸੇ ਨੇ ਹੀ ਭੇਜੀਆਂ ਨਾ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਪਾ ਰਹੇ ਆ। ਇਹ ਉਹ ਪ੍ਰਧਾਨ ਆ ਪੱਟੀ ਦਾ ਜਿਹੜਾ ਇਹਦਾ ਨਾਂ ਆ। ਇਹ ਆਮ ਆਦਮੀ ਪਾਰਟੀ ਹੁਣ ਦੱਸ ਦੇਵੇ ਵੀ ਇਹ ਪਾਰਟੀ 'ਚ ਹੈਗਾ, ਇਹ ਕੱਢਿਆ, ਇਹ ਕੀ ਤੁਸੀਂ ਇਹਨੂੰ ਕਹੋਗੇ? ਤੇ ਇਹ ਹੌਲੀ ਹੌਲੀ ਹੋਰ ਕਲਾਸੇ ਵੀ ਇਹ ਵੀ ਇੰਪੋਰਟੈਂਟ ਹੈ। ਇਹ ਆਮ ਆਦਮੀ ਪਾਰਟੀ ਜਵਾਬ ਦੇਵੇ ਜਾਂ ਦਿੱਲੀ ਦੀ ਜਿਹੜੀ ਯੂਨਿਟ ਹੈ ਉਹ ਜਵਾਬ ਦੇਵੇ ਕਿ ਦਿੱਲੀ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਲੀਡਰ ਹੈ ਜਿਹੜੇ ਉਹ ਇਸ ਸੰਘਰਸ਼ ਨੂੰ ਕਿਉਂ ਖਰਾਬ ਕਰ ਰਹੇ। ਖਰਾਬ ਕਰਨ ਵਾਲੀ ਗੱਲ ਹੈ। ਇਹ ਜੋ ਵੀ ਹੋਇਆ ਗਲਤ ਹੋਇਆ। ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਵੱਲੋਂ ਸਿੱਖਾਂ ਦੀਆਂ ਪੱਗਾਂ ਉਤਾਰਨ ਦੀਆਂ ਲਾਈਨਾਂ ਚੱਲੀਆਂ ਨੇ, ਉਹ ਸ਼ਰਮ ਦੀ ਗੱਲ ਤਾਂ ਹੈ ਹੀ। ਨਾਲੇ ਹਾਸਲ ਕੀ ਹੋਣਾ ਜੀ? ਜਾਂ ਤਾਂ ਮੈਂ ਕਹਿੰਦਾ ਕਿਸਾਨ ਸੰਘਰਸ਼ ਨੂੰ ਕੁਛ ਇਹਦੇ ਨਾਲ ਤਾਕਤ ਮਿਲਦੀ, ਸਾਨੂੰ ਕੁੱਟਣ ਨਾਲ, ਸਾਡੀਆਂ ਪੱਗਾਂ ਲਾਉਣ ਨਾਲ, ਜਾਂ ਤਾਂ ਕੁਝ ਹਾਸਲ ਹੁੰਦਾ। ਅਸੀਂ ਆਪ ਕਹਿੰਦੇ ਭਾਈ ਆ ਲਓ, ਕਰ ਲਓ ਜੋ ਕਰਨਾ। ਅਸੀਂ ਤਾਂ ਇਹ ਵੀ ਬੋਲਣਾ ਹੱਕ 'ਚ ਕਿ ਮੈਂ ਤੇ ਤੁਹਾਡੀ ਜਗ੍ਹਾ ਤੇ ਨਹੀਂ ਗਏ, ਤੁਸੀਂ ਉੱਥੇ ਟ੍ਰੈਸਪਾਸ ਕਰਕੇ ਤੁਸੀਂ ਉਸ ਜਗ੍ਹਾ ਤੇ ਆਏ ਹੋ, ਤੁਸੀਂ ਕੀ ਕਰਨ ਆਏ ਹੋ? ਤੁਹਾਨੂੰ ਕਿਸੇ ਨੇ ਸੱਦਿਆ ਨਹੀਂ ਉੱਥੇ, ਤੁਹਾਨੂੰ ਕਿਸੇ ਨੂੰ ਬੁਲਾਇਆ ਨਹੀਂ ਉੱਥੇ। ਤੁਸੀਂ ਇੱਕ ਸਾਨੂੰ ਉੱਥੇ ਮਾਰਨ ਲਈ ਇੱਕ ਜਾਨਲੇਵਾ ਹਮਲਾ, ਤੁਸੀਂ ਨਾਰੇ ਵੀ ਲਾਉਂਦੇ ਬਾਹਰ, ਜੇ ਗੱਡੀ ਲੰਘਦੀ ਜਿਵੇਂ ਲਾਉਂਦੇ ਆ, ਕਾਲੇ ਝੰਡੇ ਦਿਖਾਉਂਦੇ, ਮੁਰਦਾਬਾਦ ਕਰਦੇ, ਗੋ ਬੈਕ ਦੇ ਕਰਦੇ, ਜੋ ਮਰਜ਼ੀ ਕਰਦੇ ਜੋ ਡੈਮੋਕ੍ਰੇਸੀ 'ਚ। ਇਹ ਕਿੱਥੋਂ ਹੋ ਗਿਆ ਵੀ ਤੁਸੀਂ ਡਾਂਗਾਂ, ਸੂਏ, ਬਰਛੇ, ਅਸਲਾ ਲੈ ਕੇ ਸਾਨੂੰ ਜਿਹੜੀ ਗੱਲ ਸਰਕਾਰ ਚਾਹੁੰਦੀ ਸੀ ਉਹ ਸਵਾਬਤ ਕਰਤੀ ਤੁਸੀਂ ਗੱਲ। ਜਿਹੜੀ ਸਰਕਾਰ ਆਰੋਪ ਲਾਉਂਦੀ ਸੀ ਵੀ ਇੱਥੇ ਮਾਓਇਸਟ ਬੜੇ ਹੋਏ ਨੇ, ਨੈਕਸਲਾਈਟ ਬੜੇ ਹੋਏ ਨੇ, ਉਹ ਤੁਸੀਂ ਗੱਲ ਨੂੰ ਸਾਬਤ ਕਰਤੀ ਵੀ ਜਦੋਂ ਵੀ ਤੁਹਾਨੂੰ ਮੌਕਾ ਮਿਲਿਆ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈ ਕੇ ਉਹਨੂੰ ਇਲਜ਼ਾਮ ਦੇਤਾ। ਜੇ ਇੱਕ ਸ਼ਬਦ ਜੇ ਅਸੀਂ ਸਟੇਜ ਤੇ ਬੋਲੇ ਵੀ ਹੁੰਦੇ, ਕੋਈ ਗੱਲ ਅਸੀਂ ਗਲਤ ਵੀ ਕਹਿੰਦੇ, ਉਹ ਤਾਂ ਵੀ ਸੀ। ਅਸੀਂ ਤਾਂ ਅੰਦਰ ਵੜ ਕੇ ਅਜੇ ਐ ਬੈਠੇ ਹੀ ਆ ਤੇ ਤੁਹਾਨੂੰ ਬਾਕੀ ਚੰਗੇ ਲੱਗਦੇ ਆ। ਉੱਥੇ ਪੱਪੂ ਯਾਦਵ ਬੋਲ ਰਿਹਾ ਸੀ, ਉਦੋਂ ਪਹਿਲਾਂ ਕੋਈ ਬਿਹਾਰ ਦੇ ਐਮਪੀ ਸੀ, ਕੋਈ ਹੋਰ ਕਿਸੇ ਦੇ ਸੀ, ਕਿਸੇ ਨੂੰ ਕੁਝ ਨਹੀਂ ਕਿਹਾ। ਤੁਸੀਂ ਪੰਜਾਬੀ ਹੋ, ਪੰਜਾਬੀ ਦੇ ਕਿਉਂ ਦੁਸ਼ਮਣ ਹੋ? ਪੱਗ ਦੇ ਪੱਗ ਵਾਲੇ ਦੁਸ਼ਮਣ ਕਿਉਂ? ਵੱਡਾ ਸਵਾਲ ਇਹ ਖੜਾ ਹੁੰਦਾ। ਇਹ ਤਾਂ ਖੜਾ ਹੁੰਦਾ ਵੀ ਤੁਸੀਂ ਬਾਕੀ ਸਾਰੇ ਦੇ ਲੈਕਚਰ ਸੁਣ ਰਹੇ ਹੋ, ਤਾੜੀਆਂ ਮਾਰ ਰਹੇ ਹੋ ਜਦੋਂ ਕੋਈ ਯੂਪੀ ਦਾ ਬੋਲਦਾ, ਬਿਹਾਰ ਦਾ ਭਈਆ ਬੋਲ ਰਿਹਾ। ਜੇ ਪੰਜਾਬੀ ਆ ਗਏ, ਕਿਉਂਕਿ ਤੁਸੀਂ ਸਿਆਸਤ ਕਰਨੀ ਆ, ਤੁਸੀਂ ਐਜੀਟੇਸ਼ਨ ਨੂੰ ਤੋੜਨਾ ਸੀ। ਕਿਸਾਨ ਜਥੇਬੰਦੀਆਂ ਨੂੰ ਤਾਂ ਇਹੀ ਲੋਕ ਨੇ। ਆਈਡੀਆ ਤੁਹਾਨੂੰ ਕੀ ਲੱਗਦਾ ਕੌਣ ਇਹ ਆਈਡੀਆ ਨੂੰ ਫਲੋਟ ਕਰਾ ਰਿਹਾ, ਇੱਥੇ ਐਸਟੈਬਲਿਸ਼ ਕਰਵਾ ਰਿਹਾ? ਯੋਗਿੰਦਰ ਯਾਦਵ ਵਰਗੇ ਲੋਕ ਵੀ ਪੰਜਾਬ ਦਾ ਪੋਲੀਟੀਸ਼ੀਅਨ ਨਹੀਂ ਬਿਲਕੁਲ ਵੀ ਵੜਨ ਦੇਣਾ, ਤੁਹਾਨੂੰ ਲੱਗਦਾ? ਹਾਂ ਬਿਲਕੁਲ। ਅੱਜ ਤੱਕ ਕਿਉਂ ਨਹੀਂ ਵੜਨ ਦਿੱਤਾ ਦੇਖ ਲਓ। ਇਹ ਸਾਰੇ ਲੋਕ ਨੇ ਜਿਹੜੇ ਹਰਿਆਣੇ ਦੇ ਪੋਲੀਟੀਸ਼ੀਅਨ ਨੇ, ਉਹ ਠੀਕ ਆ, ਮਾੜਾ ਮੋਟਾ ਕਿਸੇ ਦਾ ਵਿਰੋਧ ਹੋ ਗਿਆ, ਰੋਜ਼ ਸਾਰੇ ਜਾਂਦੇ ਆ, ਪਰ ਪੰਜਾਬ ਦਾ ਨਹੀਂ ਵੜਨ ਦੇਣਾ, ਪੰਜਾਬ ਦਾ ਨਹੀਂ ਵੜਨ ਦੇਣਾ। ਚਲੋ ਇਹ ਬਿਲਕੁਲ 100% ਸਾਰਾ ਕੁਝ ਯੋਗਿੰਦਰ ਯਾਦਵ ਦੇ ਕੋਲ ਚਾਬੀ ਲਾ ਕੇ ਇਹਨਾਂ ਨੇ ਉਹਨੂੰ ਫੜਾਈ ਹੋਈ ਆ। ਜੋ ਕਹਿੰਦਾ ਤੁਸੀਂ ਇਹ ਵੀਡੀਓ ਜਿਹੜੀਆਂ ਦੇਖੀਆਂ ਹੀ ਨੇ ਨਾ, ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕਿ ਉਦੋਂ ਮੈਂ ਤੁਹਾਨੂੰ ਕਹਿਤਾ ਸੀ ਇਹ ਗੱਲ ਵੀ ਇਹ ਸਾਰਾ ਕੁਝ ਇਹਦੇ ਹੱਥ 'ਚ ਆ, ਇਹ ਕੁੰਜੀ ਸਾਰੀ ਇਹਦੇ ਹੱਥ 'ਚ ਫੜੀ ਹੋਈ ਆ। ਇਹ ਜਿੱਧਰ ਨੂੰ ਘੁਮਾਉਂਦਾ, ਜਿੱਧਰ ਨੂੰ ਕਰਦਾ, ਉਧਰ ਨੂੰ ਇਹ ਘੁੰਮੀ ਜਾਂਦੇ ਆ। ਰੱਬ ਜਾਣੇ ਇਹਦੇ ਕੋਲ ਕੀ ਰਾਜ ਨੇ, ਕੀ ਇਹਦੇ ਕੋਲ ਐਸੀ ਜਿਹੜੀ ਆ ਗੁੜਤੀ ਆ ਜਿਹੜੀ ਆਪਣਿਆਂ ਕੋਲ ਨਹੀਂ ਗੀ, ਕਿਉਂ ਇਹਨੂੰ ਇਸ ਤਰੀਕੇ ਨਾਲ। ਪਰ ਅੱਜ ਫੈਸਲਾ ਤਾਂ 2/26 ਤੋਂ ਪਹਿਲਾਂ ਹੋ ਜਾਣਾ ਚਾਹੀਦਾ। ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ, ਤੁਸੀਂ ਹੁਣ ਦੇਖ ਲਓ ਵੀ ਯੋਗਿੰਦਰ ਮਗਰ ਆਏ ਹੋ ਸਾਰੇ, ਜਿਹੜਾ ਇਹਨਾਂ ਨੇ ਮੂਹਰੇ ਲਾਇਆ ਹੋਇਆ, ਜਿਹੜੇ ਰੋਜ਼ ਪੋਲੀਟੀਕਲ ਬੰਦਿਆਂ ਨੂੰ ਮਿਲਦਾ ਤੇ ਪੋਲੀਟੀਕਲ ਬੰਦਿਆਂ ਨਾਲ ਗੱਲਬਾਤ ਕਰਦਾ, ਜਾਂ ਤੁਸੀਂ ਉਹਨਾਂ ਨਾਲ ਬੈਠੇ ਹੋ ਜਿਹੜੇ ਕਿਸਾਨ ਸੰਘਰਸ਼ ਲੜਨ ਆਏ। ਇਹ ਫੈਸਲਾ ਤਾਂ ਅੱਜ ਕਿਸਾਨ ਲੀਡਰਸ਼ਿਪ ਨੂੰ ਕਰਨਾ ਪੈਣਾ ਹੈ। ਟਰੈਕਟਰ ਮਾਰਚ ਤੋਂ ਪਹਿਲਾਂ ਨਹੀਂ, ਬਹੁਤ ਵੱਡਾ ਧੱਬਾ ਹੈ ਜਿਹੜਾ ਅੱਜ ਤੁਹਾਡੇ ਤੇ ਲੱਗ ਜਾਊਗਾ ਵੀ ਤੁਸੀਂ ਸਿਆਸੀ ਬੰਦਿਆਂ ਨਾਲ ਲੱਗ ਕੇ ਇਹ ਵੀ ਸਿਆਸਤ ਹੀ ਕਰ ਰਹੇ। ਯੋਗਿੰਦਰ ਯਾਦਵ ਦੀ ਸਪੀਚ ਦਾ ਕੁਝ ਪਤਾ ਲੱਗਿਆ ਵੀ ਉੱਥੇ ਕੀ ਬੋਲ ਕੇ ਗਿਆ? ਕਿਤੇ ਉਹ ਤਾਂ ਨਹੀਂ ਲੋਕਾਂ ਨੂੰ ਭੜਕਾ ਕੇ ਗਏ ਇਸ ਤਰ੍ਹਾਂ ਦੀ ਕੋਈ? ਨਹੀਂ, ਉਹ ਤਾਂ 100% ਆ ਜਿਹੜਾ ਉਹਦਾ ਸਵਰਾਜ ਦਾ, ਜਿਹੜੇ ਵੀ ਝੰਡੇ ਚੱਕੇ ਸੀ ਉਹਨਾਂ ਦੇ ਹੱਥ, ਇਹਨਾਂ ਦਾ ਆ ਪੀਲਾ ਝੰਡਾ ਜੀ ਸਵਰਾਜ ਦਾ, ਆਹੀ ਰੰਗ ਦੇ ਝੰਡੇ ਆ ਜਿਹੜੇ ਤੁਸੀਂ ਦੇਖੋਗੇ, ਇਹੀ ਪੀਲੇ ਰੰਗ ਦੇ ਜਿਹੜੇ ਉਹਨਾਂ ਕੋਲ ਝੰਡੇ ਆ ਫੜੇ ਹੋਏ, ਤੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਖੰਡਾ ਬਣਾਇਆ। ਕਦੇ ਵੀ ਆਪਣਾ ਜਿਹੜਾ ਏ ਨਿਸ਼ਾਨ, ਆਪਣਾ ਗੁਰੂ ਦਾ ਜਿਹੜਾ ਦਿੱਤਾ ਹੋਇਆ ਬਖਸ਼ਾ, ਉਹ ਤਿਕੋਣਾ ਏ ਆਪਣਾ। ਇਹ ਤੁਸੀਂ ਦੇਖੋਗੇ ਇਹ ਚੌਰਸ ਝੰਡੇ ਨੇ ਸਾਰੇ, ਇਹ ਪੂਰਾ ਇਹਦਾ ਅਸਮਾਨ, ਇਹਦੀ ਤਿਆਰੀ, ਇਹ ਹੁਣ ਰੱਬ ਜਾਣਦਾ। ਇਹ ਪਤਾ ਲੱਗੂਗਾ ਜਦੋਂ NIA ਵੜੇਗੀ, ਹੋਰ ਇਨਵੈਸਟੀਗੇਸ਼ਨ ਏਜੰਸੀਆਂ ਇਹਦੇ ਉੱਤੇ। ਹਜੇ 26 ਦਾ ਨਿੰਘ ਜੇ ਆਪਾਂ ਕਿਸਾਨ ਸੰਘਰਸ਼ ਜਿਹੜਾ ਉਹ ਜਿੱਤ ਲਈਏ, ਉਦੋਂ ਬਾਅਦ
ਬਹੁਤ ਕੁਛ ਆ ਜਿਹੜਾ ਪਰ ਇਹਦਾ ਕੁੱਲ ਮਿਲਾ ਕੇ ਸੰਘਰਸ਼ ਨੂੰ ਨੁਕਸਾਨ ਹੋਇਆ, ਸੈਟਬੈਕ ਹੋਇਆ, ਕਿਉਂਕਿ ਕੱਲ ਦਾ ਜੋ ਸੋਸ਼ਲ ਮੀਡੀਆ ਤੇ ਜਾਂ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਇਹ ਹੋ ਰਿਹਾ ਵੀ ਇਹ ਬਹੁਤ ਜ਼ਿਆਦਾ ਸ਼ਾਂਤੀਮਈ ਨਹੀਂ ਰਿਹਾ। ਇਹ ਘਟਨਾ ਹੋ ਗਈ ਇਸ ਤਰ੍ਹਾਂ ਦੀ ਜਿਹਨੇ ਬਦਨਾਮ ਕਰਤਾ। ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿਸਾਨ ਤਾਂ ਕਰ ਨਹੀਂ ਸਕਦਾ ਇਹ ਕੰਮ, ਨਾ ਕਿਸਾਨ ਲੀਡਰ ਕਰ ਸਕਦੇ ਆ ਜਿਹੜੇ ਜਿਹਨੂੰ ਫਿਰ ਇਹ ਕਿਹਦਾ ਮਨਸੂਬਾ ਹੋ ਸਕਦਾ, ਤੁਸੀਂ ਆਪ ਅੰਦਾਜ਼ਾ ਲਾਓ। ਇਹ ਚ ਲਾਹਾ ਕੌਣ ਲੈਣਾ ਚਾਹੁੰਦਾ? ਇਹੀ ਯੋਗਿੰਦਰ ਯਾਦਵ ਵਰਗੇ, ਕਿਉਂਕਿ ਜਿਹੜੀ ਤਾਕਤ ਆ ਕੇਜਰੀਵਾਲ ਬਣ ਗਿਆ ਮੁੱਖ ਮੰਤਰੀ, ਇਹਦੀ ਖੁਆਇਸ਼ ਆ ਜਿਹੜੀ ਉਹ ਪੂਰੀ ਨਹੀਂ ਹੋ ਰਹੀ। ਇਹ ਵਿੱਚੋਂ ਆਪਣੀ ਖੇਡ ਆ ਜਿਹੜੀ ਇਹ ਆਮ ਆਦਮੀ ਪਾਰਟੀ ਤੇ ਇਹ ਸਵਰਾਜ ਵਾਲੇ, ਇਹ ਆਪਣੀ ਗੇਮ ਆ ਜਿਹੜੀ ਪੰਜਾਬ 'ਚ ਵੀ ਹਰਿਆਣੇ 'ਚ ਵੀ ਉਹ ਪੂਰੀ ਕਰਨਾ ਚਾਹੁੰਦੇ ਆ। ਉਹਦੇ ਲਈ ਤੁਹਾਨੂੰ ਪਤਾ ਪਹਿਲਾਂ ਵੀ ਇਹਨਾਂ ਨੇ ਰੈਫਰੈਂਡਮ 2020 ਸਭ ਦਾ ਸਾਥ ਲਿਆ ਸੀ ਉਦੋਂ, ਉਹ ਮੈਂ ਹਜੇ ਗੱਲ ਕਰਨੀ ਨਹੀਂ ਚਾਹੁੰਦਾ। ਹੁਣ ਇਹ ਨਵੇਂ ਤਰੀਕੇ ਨਾਲ ਜਿਹੜੇ ਨੈਕਸਲਾਈਟ ਆ ਮੋਇਸਟ ਨੇ ਜਿਹੜੀ ਨਵੀਂ ਇੱਕ ਵਿਉਂਤਬੰਦੀ ਹੋਈ ਆ ਜਿਹੜੀ ਕਿ ਥੱਲਿਓਂ ਰੈੱਡ ਜਿਹੜਾ ਟ੍ਰਾਇੰਗੂਲਰ ਆ ਉਹ ਥੱਲਿਓਂ ਚੱਲਦਾ ਇੱਧਰ ਆਪਣੇ ਮਾਲਵੇ 'ਚ ਵੜ ਕੇ ਹਰਿਆਣੇ ਤੋਂ ਤੇ ਅੱਗੇ ਪੱਟੀ ਤਰਨ 'ਚ ਨਿਕਲ ਜਾਂਦਾ। 2 ਸਾਲ ਪਹਿਲਾਂ ਬਹੁਤ ਵੈਪਨ ਫੜੇ ਸੀ। ਇਹ ਬੜਾ ਡੇਂਜਰਸ ਜਿਹੜਾ ਇਹ ਜਿਹੜਾ ਰੈੱਡ ਕਾਰਨਰ ਇਹਨੂੰ ਕਹਿੰਦੇ ਆ, ਇਹ ਬਹੁਤ ਵੱਡੀ ਤਿਆਰੀ ਆ ਜਿਹੜੀ ਹੁਣ ਉਹਦੇ ਵਿੱਚ ਚਾਈਨਾ, ਉਹਦੇ ਵਿੱਚ ਨੇਪਾਲ ਨੂੰ ਵੀ ਪਿੱਛੇ ਜੋੜਿਆ ਉਹਨਾਂ ਨੇ। ਤੇ ਇਸ ਕਰਕੇ ਬਹੁਤ ਵੱਡਾ ਇੱਕ ਕੰਮ ਚੱਲ ਰਿਹਾ ਜਿਹਦੇ ਇਹ ਕਠਪੁਤਲੀਆਂ ਬਣੇ ਹੋਏ ਨੇ। ਤਾਂ ਹੀ ਉਹਨਾਂ ਦੇ ਝੰਡੇ ਆਪਾਂ ਇੱਥੇ ਦੇਖਦੇ ਹਾਂ। ਇਹ ਅੱਜ ਤੱਕ ਪੰਜਾਬ 'ਚ ਤਾਂ ਝੰਡੇ ਦਿਖੇ ਨਹੀਂ ਸੀ, ਇੱਥੇ ਆ ਕੇ ਕਿਉਂ ਦਿਖਣ ਲੱਗੇ? ਇੱਥੇ ਕੁਝ ਐਸੇ ਲੋਕ ਵਿੱਚ ਆ ਗਏ ਕਿਉਂਕਿ ਦੇਖੋ ਤੁਸੀਂ ਇਹ ਗੱਲ ਗੁਰਪ੍ਰੀਤ ਜੀ ਇੱਕ ਤਾਂ ਮੰਨੋਗੇ ਵੀ ਆਪਾਂ ਜਦੋਂ ਕਹਿੰਦੇ ਆ ਨਾ ਵੀ ਇੱਥੇ ਕਿਸਾਨ ਬੈਠੇ ਆ, ਕਿਸਾਨ ਤਾਂ ਹੈ ਹੀ ਹੈ, ਪਰ ਇੱਥੇ ਪੂਰਾ ਪੰਜਾਬ ਹੀ ਆ ਗਿਆ, ਸ਼ਹਿਰ ਵਸ ਗਿਆ। ਜਦੋਂ ਪੰਜਾਬ ਆ ਗਿਆ, ਕਿਸਾਨ ਆ ਗਏ, ਮਜ਼ਦੂਰ ਆ ਗਏ, ਗਰੀਬ ਆ ਗਏ, ਚੋਰ ਚੱਕਾ ਵੀ ਆ ਗਿਆ, ਨਾਲ ਗੈਂਗਸਟਰ ਵੀ ਆ ਗਏ, ਕਿਉਂਕਿ ਸ਼ਹਿਰ ਹੀ ਇਹ ਵਸ ਗਿਆ। ਹੁਣ ਆ ਦਿੱਲੀ ਆ। ਨਹੀਂ ਪਤਾ ਕੀ ਹੈ ਐਕਚੁਅਲੀ ਦੋ ਤਰ੍ਹਾਂ ਦੀਆਂ ਇਹ ਆਈਡੀਓਲੋਜੀਜ਼ ਹੈ। ਇੱਕ ਜੇ ਕਮਿਊਨਿਜ਼ਮ ਹੈ ਤੇ ਨਾਲ ਖਾਲਿਸਤਾਨੀ ਵਿਚਾਰਧਾਰਾ ਹੈ, ਇਹ ਦੋਵੇਂ ਇਕੱਠੀਆਂ ਤਾਂ ਸਰਵਾਈਵ ਹੋ ਨਹੀਂ ਸਕਦੀਆਂ। ਇਹਦੇ ਵਿੱਚ ਨਹੀਂ ਗੀ ਖਾਲਿਸਤਾਨੀ ਜਿਹੜੇ ਆ ਉਹ ਉਹਨਾਂ ਕੱਲ ਜ਼ੀਰਾ ਕਹਿ ਰਹੇ ਸੀ ਖਾਲਿਸਤਾਨੀ ਉਹ ਕਰ ਰਹੇ ਨੇ ਸਾਡੇ ਤੇ ਹਮਲਾ ਹੋਇਆ। ਨਹੀਂ ਉਹ ਮੈਂ ਇਹ ਗੱਲ ਸੁਣੀ ਆ, ਉਹਦੇ ਵਿੱਚ ਕੁਝ ਨਾਰੇ ਆ ਜਿਹੜੇ ਨਾ ਉਹ ਮੇਰੇ ਉਲਟ ਲਾ ਰਹੇ ਸੀ। ਉਹ ਤਾਂ ਕਹਿ ਰਿਹਾ ਸੀ ਵੀ ਸਰਦਾਰ ਬੇਅੰਤ ਸਿੰਘ ਦੇ ਵੀ ਨਾ 2-4 ਬੰਦੇ ਉਹ ਚ ਨਾਰੇ ਲਾ ਰਹੇ ਸੀ। ਉਹ ਇਸ ਕਰਕੇ ਉਹ ਗੱਲ ਕਹਿ ਰਿਹਾ ਸੀ। ਪਰ ਉਹ ਲੋਕ ਜਿਹੜੇ ਆ ਉਹ ਵਿਚਾਰਧਾਰਾ ਦੇ ਹੋ ਸਕਦੇ ਆ, ਪਰ 2020 ਵਾਲੇ ਆ ਜਿਹੜੇ ਰੈਫਰੈਂਡਮ ਵਾਲੇ ਆ ਉਹ ਕਿਸਾਨ ਇਹ ਏਕੇ ਤੋਂ ਉਹ ਤਾਂ ਬੜਾ ਖੁਸ਼ ਨਹੀਂ ਗਏ। ਫਿਰ ਇਹ ਤਾਂ ਹੁਣ ਤੁਸੀਂ ਇੱਕ ਨਵਾਂ ਮਤਲਬ ਡੇਂਜਰ ਦੱਸ ਰਹੇ ਹੋ ਪੰਜਾਬ ਦੇ ਲਈ। ਬਿਲਕੁਲ ਇਹ ਇੱਕ ਨੈਕਸਸ ਨਵਾਂ ਬਣ ਗਿਆ। ਲੋਕ ਉਹੀ ਨੇ, ਅਨਸਰ ਉਹੀ ਨੇ, ਪਰ ਉਹ ਕਿਸੇ ਤਰੀਕੇ ਨਾਲ ਦੇਸ਼ ਨੂੰ ਖਰਾਬ ਕਰਨ ਲਈ ਉਹ ਲੋਕ ਆ ਜਿਹੜੇ ਮੈਂ ਸਮਝਦਾ ਨਵੇਂ ਘੋੜੇ ਤੇ ਸਵਾਰ ਹੋ ਕੇ ਨਵੇਂ ਰੂਪ ਦੇ ਵਿੱਚ ਇਹ ਆਉਣ ਵਾਲੇ ਦਿਨਾਂ 'ਚ ਮੈਨੂੰ ਹੋਰ ਵੀ ਗੱਲਾਂ ਬੜੀਆਂ ਪਤਾ ਹੈ, ਮਿਲਦੇ ਰਹਿੰਦੇ ਆ ਅਫਸਰਾਂ ਨੂੰ, ਹੋਰਾਂ ਨੂੰ, ਜਿਹੜੇ ਹੋਮ ਕਮੇਟੀ ਦਾ ਮੈਂ ਮੈਂਬਰ ਹਾਂ, ਵੀ ਕੀ ਇਹ ਛੜਯੰਤਰ ਰਚ ਰਹੇ ਆ। ਤੇ ਇਹ ਥੋੜਾ ਜਿਹਾ ਇੱਥੇ ਖੁੱਲਾ ਥਾਂ ਮਿਲ ਗਿਆ ਉਹ ਕੁਝ ਬੰਦਿਆਂ ਨੂੰ ਲੁਕਣ ਦਾ, ਕਿਉਂਕਿ ਇੰਨੇ ਲੱਖਾਂ ਲੋਕ ਬੈਠੇ ਉਹਦੇ ਵਿੱਚ ਕੀ ਪਤਾ ਲੱਗਦਾ ਇੱਕ ਤੰਬੂ 'ਚ ਕੌਣ ਬੈਠਾ ਹੈ। ਇਹ ਤਾਂ ਮੰਨੋਗੇ ਨਾ ਜੀ ਉੱਥੇ ਬਥੇਰਾ ਕਿਸਾਨ ਲੀਡਰ ਤਾਂ ਪਿੱਟ ਕੇ ਹਟ ਕੇ ਵਲੰਟੀਅਰ ਲਾਏ ਆ ਵੀ ਇੱਥੇ ਬਹੁਤ ਕੁਝ ਗਲਤ ਹੋ ਰਿਹਾ, ਬਹੁਤ ਕੁਝ। ਰਾਜੇਵਾਲ ਸਾਹਿਬ ਦਾ ਕੀ ਹਾਲ ਕੀਤਾ ਸੀ ਜਦੋਂ ਉਹਨਾਂ ਨੇ ਕਹਿ ਲਿਆ ਸੀ, ਤੇ ਹੋਰ ਵੀ ਲੀਡਰਾਂ ਨੇ ਇਹ ਗੱਲ ਕਹੀ ਆ, ਪਰ ਉਹ ਡਰ ਜਾਂਦੇ ਆ। ਉਹ ਫਿਰ ਉਹਨਾਂ ਨੂੰ ਚੁੱਪ ਕਰਨਾ ਪੈਂਦਾ ਏ ਵੀ ਫਿਰ ਉਹਨਾਂ ਤੇ ਜ਼ਿੰਮੇਵਾਰੀ ਵੀ। ਤੇ ਇਹ ਤਾਂ ਨਹੀਂ ਕਿ ਇਸ ਵਕਤ ਸਭ ਦੇ ਨਿਸ਼ਾਨੇ ਤੇ ਕਮਿਊਨਿਸਟ ਵਿਚਾਰਧਾਰਾ ਇਸ ਕਰਕੇ ਹੈ ਕਿ ਇਸ ਸੰਘਰਸ਼ ਨੂੰ ਖੜਾ ਕਰਨ ਔਰ ਇਹਦੀ ਜਿੰਨੀ ਸਭ ਤੋਂ ਜ਼ਿਆਦਾ ਜਿਹੜੀ ਰੈਜ਼ਿਸਟੈਂਸ ਹੈ ਇਹ ਉਹ ਕਮਿਊਨਿਸਟ ਜਥੇਬੰਦੀਆਂ ਹੀ ਦੇ ਰਹੀਆਂ। ਗੁਰਪ੍ਰੀਤ ਜੀ ਤੁਸੀਂ ਤਾਂ ਉਸ ਹਲਕੇ 'ਚ ਉਸ ਜ਼ਿਲ੍ਹਿਆਂ 'ਚੋਂ ਆਉਂਦੇ ਹੋ ਜਿੱਥੇ ਇਹ ਮਜ਼ਬੂਤੀ ਰਹੀ ਆ। ਮੈਂ ਜੇ ਮੈਂ ਆਪ ਦੀ ਗੱਲ ਕਰਾਂ, ਸੇਕੜੀ ਸਾਹਿਬ ਆਏ ਆ ਜਿਹੜੇ ਸਾਡੇ ਮਿਨਿਸਟਰ ਰਹੇ, ਉਰੇ ਸੈਕਟਰੀ ਜਨਰਲ ਸੈਕਟਰੀ ਇੰਚਾਰਜ AICC ਰਹੇ, ਗੁਜਰਾਤ ਦੇ ਇੰਚਾਰਜ ਰਹੇ, ਇਹ ਵੀ 85 ਤੋਂ ਇਲੈਕਸ਼ਨ ਲੜਦੇ ਆ ਰਹੇ ਆ। ਮੈਨੂੰ ਵੀ ਥੋੜਾ ਜਿਹਾ 89-90 ਤੋਂ ਉਦੋਂ ਪਹਿਲਾਂ ਛੋਟੇ ਸੀ, ਪਰ ਉਦੋਂ ਬਾਅਦ ਮੈਨੂੰ ਜਮਾਂ ਹੀ ਸਿਆਸਤ ਦਾ ਪੂਰਾ ਪਤਾ ਹੈ। ਆਪਣੇ ਤਾਂ 92 'ਚ ਅਰਸ਼ੀ ਹੋਣੀ ਜਾਂ ਹੋਰ ਆਪਣੇ ਇੱਧਰ ਅੰਮ੍ਰਿਤਸਰ ਤੋਂ ਸੀਗੇ, ਬਿਮਲਾ ਡਾਂਗ ਜੀ ਮੈਨੂੰ ਲੱਗਦਾ, ਉਹ ਉਸ ਤੱਕ ਥੋੜਾ ਆਪਣੇ ਸੀਮਤ ਸੀ। ਇਹਦੇ ਵਿੱਚ ਵੀ ਅਲੱਗ-ਅਲੱਗ ਗਰੁੱਪ ਨੇ। ਤੁਸੀਂ ਕਾਮਰੇਡਾਂ ਨੂੰ ਇਹ ਨਹੀਂ ਗਿਣ ਸਕਦੇ ਵੀ ਜਿਹੜੇ ਕਾਮਰੇਡ ਨੇ ਉਹ ਸਾਰੇ ਹੀ ਇੱਕ ਅੰਦਰ ਜਿਹੜੇ ਨਵੀਂ ਬਣੀ ਆ ਵਿਉਂਤਬੰਦੀ, ਜਿਹੜੀ ਹਿੰਸਕ, ਜਿਹੜੀ ਹਥਿਆਰਾਂ ਵਾਲੀ ਬ੍ਰਿਗੇਡ ਆ, ਉਹ CPI CPM ਉਹ ਵਾਲੀ ਨਹੀਂ ਗੀ। ਇਹ ਤਾਂ ਮੋਇਸਟ ਜਿਹੜੇ ਨੇ, ਜਿਵੇਂ ਕਿ ਜਿਹੜੇ ਇੱਧਰ ਬੈਠੇ ਨੇ, ਝਾਰਖੰਡ ਹੋ ਗਿਆ, ਉਹ ਥੱਲੇ ਚਲੇ ਜਾਂਦੇ ਆ, ਮਹਾਰਾਸ਼ਟਰ ਤੱਕ ਚਲੇ ਜਾਂਦੇ ਆ, ਬਿਹਾਰ ਤੱਕ ਚਲੇ ਜਾਂਦੇ ਆ। ਇਹ ਇੱਕ ਬਹੁਤ ਲੰਬੇ ਚਿਰ ਦੇ ਲੱਗੇ ਹੋਏ ਨੇ। ਇਹ ਪੰਜਾਬ 'ਚ ਵੀ ਆਪਣੇ ਕੁਝ ਬੰਦੇ, ਹੁਣ ਮੈਂ ਨਾਂ ਨਹੀਂ ਲੈ ਸਕਦਾ ਇਸ ਵੇਲੇ, ਉਹ ਵੀ ਸੰਘਰਸ਼। ਹੁਣ ਇਹਦੀ FIR ਵਗੈਰਾ ਤੁਸੀਂ ਕਰਵਾਈ ਹੈ? ਕੁਝ ਕੀ ਕੀਤਾ ਇਹਦਾ ਇਸ ਪੂਰੇ ਮਾਮਲੇ? ਇਹ ਤਾਂ ਹਜੇ ਬਿਲਕੁਲ ਚੁੱਪ ਆ।
ਕਿਉਂਕਿ ਜੇ ਇਹਨਾਂ ਨੂੰ ਸ਼ਰਮ ਨਹੀਂ, ਸਾਨੂੰ ਤਾਂ ਸ਼ਰਮ ਹੈ ਵੀ ਇਹ ਕਿਸਾਨਾਂ ਦਾ ਸੰਘਰਸ਼ ਨਾ ਕਿਤੇ ਖਰਾਬ ਹੋ। ਤੁਸੀਂ ਨਹੀਂ ਕਰਾਉਣੀ, ਏਜੰਸੀਆਂ ਆਪਣੇ ਆਪ ਕੱਲ ਨੂੰ ਰੇਡਾਂ ਕਰਨ ਲੱਗ ਜਾਣਗੇ, ਬੱਚਿਆਂ ਨੂੰ ਫੜਨ ਲੱਗ ਜਾਣਗੇ, ਕਿੱਧਰ ਨੂੰ ਸੰਘਰਸ਼ ਜਾਊਗਾ, ਫਿਰ ਕੀ ਕਰਾਂਗੇ। ਇਸ ਕਰਕੇ ਬਿਲਕੁਲ ਐਸਾ ਕੋਈ ਸਟੈਪ ਨਹੀਂ ਲੈਣਾ ਜਿਹਦੇ ਨਾਲ ਸਾਡੇ ਬੱਚਿਆਂ ਤੇ ਮੁੰਡਿਆਂ ਤੇ ਜਿਨ੍ਹਾਂ ਨੂੰ ਇਹਨਾਂ ਨੇ ਗਮਰਾਹ ਕੀਤਾ, ਇਹਨਾਂ ਨੂੰ ਤਾਂ ਜਦ ਮਰਜ਼ੀ ਨਜਿੱਠ ਲਾਂਗੇ, ਪਰ ਆਪਾਂ ਉਹ ਮੁੰਡਿਆਂ ਨੂੰ ਜਿਹੜਾ ਹੁਣ ਵੀਡੀਓ 'ਚ ਇਹਨਾਂ ਨੇ ਤਾਂ ਇਹ ਪਾ ਦੇਣਾ ਹੁੰਦਾ, ਪੁਲਿਸ ਨੇ ਤਾਂ ਅਣਪਛਾਤੇ ਜਿਹਨੂੰ ਮਰਜ਼ੀ ਚੱਕੀ ਜਾਣਗੇ, ਮੁੜ ਕੇ 307 ਦਾ ਮੁਕੱਦਮਾ ਦੇ ਦੇਣਗੇ। ਕੀ ਕਰਾਂਗੇ ਫਿਰ? ਕਿੰਨੇ ਬੱਚੇ ਮਾਵਾਂ ਦੇ ਆਪਾਂ ਜੇਲ੍ਹਾਂ 'ਚ ਕਰਵਾ ਲਾਂਗੇ। ਇਹ ਹੌਲੀ ਹੌਲੀ ਆ ਸੰਘਰਸ਼ ਥੋੜਾ ਠੰਡਾ ਹੋ ਜੇ, ਬਿੱਲ ਆਪਣੇ ਮੁੜ ਜਾਣ, ਉਦੋਂ ਦੇ ਜਿਹੜੇ ਜੋਗਿੰਦਰ ਯਾਦਵ ਨੇ, ਆਮ ਆਦਮੀ ਪਾਰਟੀ ਆ, ਇਹਨਾਂ ਨਾਲ ਚੰਗੀ ਤਰ੍ਹਾਂ ਮੈਂ ਹੋਮ ਕਮੇਟੀ 'ਚ ਹੋਮ ਮਿਨਿਸਟਰੀ ਨਾਲ ਗੱਲ ਕਰਕੇ, ਸੀਐਮ ਸਾਹਿਬ ਨਾਲ ਗੱਲ ਕਰਕੇ ਸਾਰਾ ਨੈਕਸਸ ਇਹਨਾਂ ਦਾ ਦੇਖਾਂਗੇ ਵੀ ਕਿੱਥੇ ਕਿੱਥੇ ਇਹ ਸਟੇਟਾਂ 'ਚ ਬਣਿਆ ਹੋਇਆ ਹੈ। ਬਹੁਤ ਸ਼ੁਕਰੀਆ ਰਵਨੀਤ ਜੀ। ਸੋ ਇਹ ਸਨ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਤੇ ਕੱਲ ਇੱਕ ਹਮਲਾ ਜਾਨਲੇਵਾ ਹੋਇਆ, ਪਰ ਉਸ ਹਮਲੇ ਦੌਰਾਨ ਹੁਣੇ ਕੁਝ ਤਸਵੀਰਾਂ ਰਵਨੀਤ ਸਿੰਘ ਬਿੱਟੂ ਕੁਲਵੀਰ ਜ਼ੀਰਾ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ। ਇਹ ਤਸਵੀਰ ਸਭ ਤੋਂ ਅਹਿਮ ਹੈ ਕਿ ਕੱਲ ਜਿਹੜੀ ਇਹ ਜਨ ਸੰਸਦ ਦੀ ਬਿਉਂਤਬੰਦੀ ਕੀਤੀ ਗਈ ਸੀ, ਉਹਦੇ 'ਚ ਯੋਗੇਂਦਰ ਯਾਦਵ ਕਿਉਂ ਭਾਸ਼ਣ ਦੇ ਰਹੇ ਆ। ਜੇ ਇਹ ਸੱਚ ਹੈ, ਜੇ ਇਹਨਾਂ ਦੇ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਸੱਚ ਹੈ, ਤਾਂ ਫਿਰ ਯੋਗੇਂਦਰ ਯਾਦਵ ਦੀ ਕ੍ਰੈਡੀਬਿਲਿਟੀ ਤੇ ਅੱਜ ਇਹ ਸਭ ਤੋਂ ਵੱਡਾ ਸਵਾਲ ਹੈ। ਕਿਸਾਨ ਏਕਤਾ ਮੋਰਚਾ, ਜਿਸ ਨੇ ਗੁਰਨਾਮ ਸਿੰਘ ਚੜੂਨੀ ਨੂੰ ਸਿਰਫ ਇਸ ਕਰਕੇ ਸਸਪੈਂਡ ਕਰਤਾ ਸੀ ਕਿ ਉਹ ਜਨ ਸੰਸਦ ਦੇ ਲਈ ਕੁਝ ਪੋਲੀਟੀਕਲ ਪਾਰਟੀਆਂ ਨੂੰ ਮਿਲੇ ਸੀ, ਤਾਂ ਫਿਰ ਯੋਗੇਂਦਰ ਯਾਦਵ ਤੇ ਕਿੱਡੀ ਕਾਰਵਾਈ ਬਣਦੀ ਹੈ, ਕਿਉਂਕਿ ਉਹ ਜਨ ਸੰਸਦ ਦਾ ਹਿੱਸਾ ਬਣੇ ਨੇ, ਉਹ ਉਸ ਪੋਲੀਟੀਕਲ ਡਾਇਲੌਗ ਦਾ ਹਿੱਸਾ ਬਣੇ ਨੇ ਜਿਹਦੀ ਮੁਖਾਲਫਤ ਕੀਤੀ ਸੀ ਕਿਸਾਨ ਏਕਤਾ ਮੋਰਚਾ ਨੇ। ਇਹ ਕਿਸਾਨ ਯੂਨੀਅਨਾਂ ਨੇ ਸੋਚਣਾ ਯੋਗੇਂਦਰ ਯਾਦਵ ਦੇ ਉੱਤੇ ਹੁਣ ਕੀ ਕਾਰਵਾਈ ਕਰਨੀ ਹੈ। ਕੈਮਰਾਮੈਨ ਸੂਰਜ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਦਿੱਲੀ।